सुखमणि सुख अमृत प्रभ नाम भगत जना कै मन विसराम। वाहे गुरु वाहे गुरु वाहे गुरु वाहे गुरु वाहे कर कृपा जिसे आप बुझाया, कर कृपा जिसे आप बुझाया। नानक गुरमुख हर सिमरन तिन पाया, नानक गुरमुख हर सिमरन तिन पाया। कर कृपा जिसे आप बुझाया, कर कृपा जिसे आप बुझाया। हर सिमरन कर भगत प्रगटाए, हर सिमरन कर भगत प्रगटाए। हर सिमरन लग वेद उपाए, हर सिमरन पै सिद्ध जति दाते। हर सिमरन पै सिद्ध जति दाते, हर सिमरन नीच चौकुंठ जाते। कर कृपा जिसे आप बुझाया, कर कृपा जिसे आप बुझाया। नानक गुरमुख हर सिमरन तिन पाया, कर कृपा जिसे आप बुझाया, कर कृपा। हर सिमरन तारी सब तरना, हर सिमरन तारी सब तरना। सिमर सिमर हर कारण करना, हर सिमरन कियो सगले अकारा। हर सिमरन कियो सगले अकारा, हर सिमरन में आप निरंकारा। कर कृपा जिसे आप बुझाया, कर कृपा जिसे आप
बुझाया। नानक गुरमुख हर सिमरन तिन पाया। कर कृपा जिसे आप बुझाया। कर कृपा कर कृपा कर कृपा जिसे आप बुझाया। जिस आप बुझाया। वाहिगुरु जी का खालसा, वाहिगुरु जी की फतेह। किस ही जोर हंकार बोलन का, किस ही जोर दीवान माया का। मैं हर बिन टेक धर अवर न काई। तू करते राख मैं निमाणी है। तू करते राख मैं निमाणी है। जो भी इस वीडियो ਨੂੰ ਸੁਣ ਰਹੇ ਹਨ, ਸਾਰਿਆਂ ਨੂੰ ਬਹੁਤ ਪਿਆਰ ਨਾਲ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਦੀ ਇਹ ਸੀਰੀਜ਼ ਜਿਹੜੀ ਬਹੁਤ ਹੀ ਸੋਹਣੇ ਢੰਗ ਨਾਲ ਗੁਰਮੁਖਾਂ ਪਿਆਰਿਆਂ ਨੇ ਉਲੀਕੀ ਹੈ। IIGS ਦਾ ਇੱਕ ਬਹੁਤ ਅੱਛਾ ਉਪਰਾਲਾ ਹੈ ਤੇ ਪ੍ਰੋਜੈਕਟ ਹੈ ਜਿਹਦੇ ਨਾਲ ਆਪਾਂ ਸਾਰੇ ਜੁੜੇ ਹਾਂ। ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਪਹਿਲੀ ਅਸ਼ਟਪਦੀ ਤੇ ਉਹਦੇ ਨਾਲ ਲੱਗਦਾ ਸ਼ਲੋਕ ਅੱਧੀ ਅਸ਼ਟਪਦੀ ਆਪ ਜੀ ਨੇ ਵਿਚਾਰ ਸਰਵਣ ਕੀਤੇ ਸਨ ਤੇ ਜਿਹੜੀ ਬਾਕੀ ਦੀ ਅਸ਼ਟਪਦੀ ਹੈ, ਅੱਧੀ ਅਸ਼ਟਪਦੀ, 5ਵੇਂ ਸ਼ਬਦ ਤੋਂ ਲੈ ਕੇ 8ਵੇਂ ਸ਼ਬਦ ਤੱਕ, ਉਹਦੀ ਵਿਚਾਰ ਆਪਾਂ ਇਸ ਐਪੀਸੋਡ ਦੇ ਵਿੱਚ ਸਰਵਣ ਕਰਾਂਗੇ। ਇਹਦੇ 'ਚ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਨੇ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਜਿਹੜੇ ਪ੍ਰਭੂ ਨੂੰ ਸਿਮਰਦੇ ਨੇ, ਜਿਹੜੇ ਪ੍ਰਭੂ ਨੂੰ ਯਾਦ ਰੱਖਦੇ ਨੇ, ਪ੍ਰਭੂ ਨੂੰ ਹਰ ਵੇਲੇ ਚੇਤੇ ਰੱਖਦੇ ਨੇ, ਅਸਲੀ ਵਿੱਚ ਉਹ ਬਹੁਤ ਅਮੀਰ ਹਨ। ਅਸਲ ਵਿੱਚ ਉਹ ਬਹੁਤ ਅਮੀਰ ਹਨ। ਇੱਥੇ ਦੁਨੀਆ ਦੇ ਧਨ ਦੀ ਗੱਲ ਨਹੀਂ ਹੋ ਰਹੀ। ਇੱਥੇ ਉਹ ਧਨ ਜਿਹੜਾ ਭਗਤ ਕਬੀਰ ਜੀ ਬਹੁਤ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਜਦੋਂ ਕੋਈ ਗਰੀਬ ਜਾਂਦਾ ਹੈ ਕਿਸੇ ਅਮੀਰ ਦੇ ਘਰ ਤੇ ਉਹਦਾ ਕੀ ਹੁੰਦਾ ਹੈ, ਆਦਰ ਸਨਮਾਨ ਜਾਂ ਨਿਰਾਦਰ। ਤੇ ਜਦੋਂ ਅਮੀਰ ਕਿਸੇ ਗਰੀਬ ਦੇ ਘਰ ਆਉਂਦਾ ਤੇ ਉਹਦਾ ਕੀ ਹਾਲ ਹੁੰਦਾ ਹੈ। ਤਾਂ ਭਗਤ ਜੀ ਕਹਿੰਦੇ ਨੇ, ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰ ਆਏ। ਜਦੋਂ ਕੋਈ ਗਰੀਬ ਆਦਮੀ ਅਮੀਰ ਦੇ ਘਰ ਜਾਂਦਾ ਹੈ ਤੇ ਉਹ ਅੱਗੋਂ ਅਮੀਰ ਆਦਮੀ ਉਹਦੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦਾ, ਵੇਖਣਾ ਵੀ ਨਹੀਂ ਚਾਹੁੰਦਾ, ਪਿੱਠ ਕਰਕੇ ਬਹਿ ਜਾਂਦਾ ਹੈ। ਤੇ ਔਨ ਦਾ ਅਦਰ ਹੈਂਡ, ਜਦੋਂ ਕੋਈ ਅਮੀਰ ਗਰੀਬ ਦੇ ਘਰ ਜਾਵੇ ਤੇ ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ, ਉਹਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ ਕਿਉਂਕਿ ਉਹਦੇ ਕੋਲ ਦੁਨੀਆ ਦੇ ਧਨ ਦੌਲਤ ਹੈ। ਇਸ ਕਰਕੇ ਇਹ ਦੁਨੀਆ ਦਾ ਤਰੀਕਾ ਹੈ। ਪਰ ਭਗਤ ਕਬੀਰ ਜੀ ਇੱਥੇ ਅਸਲ ਧਨ ਦੀ ਗੱਲ ਕਰਦੇ ਨੇ ਤੇ ਅਸਲ ਅਮੀਰੀ ਦੀ ਗੱਲ ਕਰਦੇ ਨੇ। ਫਰਮਾਉਂਦੇ ਨੇ, ਨਿਰਧਨ ਸਰਧਨ ਦੋਨੋਂ ਭਾਈ। ਇੱਥੇ ਪਰਮੇਸ਼ਰ ਦੀ ਨਜ਼ਰ ਵਿੱਚ ਅਮੀਰ ਤੇ ਗਰੀਬ ਇੱਕੋ ਜਿਹੇ ਨੇ, ਭਰਾ ਹੀ ਨੇ ਦੋਨੋਂ। ਰੱਬ ਕੀ ਕਲਾ ਨਾ ਮੇਟੀ ਜਾਈ। ਰੱਬ ਦੀ ਜੋ ਕਲਾ ਹੈ, ਰੱਬ ਦੀ ਰਜ਼ਾ ਹੈ, ਰੱਬ ਦੀ ਕੁਦਰਤ ਹੈ, ਇਹ ਰੱਬ ਜਾਣਦਾ ਹੈ, ਅਟਲ ਹੈ, ਕੋਈ ਮਿਟਾ ਨਹੀਂ ਸਕਦਾ। ਤੇ ਕਹਿ ਕਬੀਰ, ਨਿਰਧਨ ਹੈ ਸੋਈ, ਜਾਂ ਕਹਿ ਹਿਰਦੈ ਨਾਮ ਨਾ ਹੋਈ। ਅਸਲ ਵਿੱਚ ਤੇ ਗਰੀਬ ਉਹ ਹੈ ਜਿਹਦੇ ਹਿਰਦੇ 'ਚ ਕਦੀ ਪਰਮੇਸ਼ਰ ਦਾ ਨਾਮ ਆਇਆ ਹੀ ਨਹੀਂ, ਜਿਹਨੇ ਕਦੀ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ, ਜਿਹਨੇ ਕਦੀ ਸਤਨਾਮ ਸ੍ਰੀ ਵਾਹਿਗੁਰੂ ਜ਼ੁਬਾਨ ਤੋਂ ਉਚਾਰਿਆ ਹੀ ਨਹੀਂ। ਉਹਦੇ ਵਰਗਾ ਕੰਗਾਲ ਹੋਰ ਕੀ ਹੋ ਸਕਦਾ, ਹੋਰ ਕੌਣ ਹੋ ਸਕਦਾ ਹੈ। ਅਸਲ ਤੇ ਗਰੀਬ ਉਹ ਹੈ। ਸੋ ਨਾਮ ਦਾ ਧਨ ਜੋ ਕਿ ਬਹੁਤ ਮੁਸ਼ਕਿਲ ਨਾਲ ਲੱਭਦਾ ਹੈ, ਅਮੋਲਕ ਧਨ ਹੈ। ਇਹਨੂੰ ਮਹਾਰਾਜ ਜਦੋਂ ਫਰਮਾਉਂਦੇ ਨੇ ਵੀ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਇਹਨੂੰ ਰਤਨ ਨਾਲ, ਇੱਕ ਪ੍ਰੈਸ਼ੀਅਸ ਸਟੋਨ ਦੇ ਨਾਲ ਮਹਾਰਾਜ, ਬਹੁਤ ਪ੍ਰੈਸ਼ੀਅਸ ਕਿਸੇ ਚੀਜ਼ ਦੇ ਨਾਲ ਮਹਾਰਾਜ ਇਹਨੂੰ ਇਹਦਾ ਐਗਜ਼ਾਮਪਲ ਦਿੰਦੇ ਨੇ। ਤੇ ਅਸਲ ਵਿੱਚ
ਉਹ ਬਹੁਤ ਅਮੀਰ ਨੇ ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ। ਪ੍ਰਭ ਕੋ ਸਿਮਰੈ ਸੇ ਪਤਵੰਤੇ, ਬੜੇ ਆਨਰੇਬਲ ਨੇ ਜਿਹੜੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਰੱਖਦੇ ਨੇ। ਵਾਹਿਗੁਰੂ ਉਹਨਾਂ ਦੀ ਇੱਜ਼ਤ ਕਦੇ ਨਹੀਂ ਰੁਲਣ ਦਿੰਦਾ। ਵਾਹਿਗੁਰੂ ਉਹਨਾਂ ਦੀ ਪੱਤ ਆਪ ਬਚਾ ਕੇ ਰੱਖਦਾ ਹੈ, ਆਪ ਉਹਨਾਂ ਤੇ ਮਿਹਰ ਕਰਦਾ ਹੈ, ਉਹਨਾਂ ਨੂੰ ਇੱਜ਼ਤਦਾਰ ਵਾਹਿਗੁਰੂ ਖੁਦ ਬਣਾਉਂਦਾ ਹੈ, ਪਤਵੰਤੇ ਹੋ ਜਾਂਦੇ ਨੇ। ਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਉਹ ਹਰ ਜਗ੍ਹਾ ਜਾਣੇ ਪਛਾਣੇ ਹੁੰਦੇ ਨੇ, ਉਹਨਾਂ ਨੂੰ ਉਹ ਪ੍ਰਵਾਨ ਹੁੰਦੇ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇ ਜਗਤ ਵਿੱਚ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਧਾਨ ਦਾ ਮਤਲਬ ਹੁੰਦਾ ਚੰਗਾ ਜਾਂ ਸ੍ਰੇਸ਼ਟ ਜਾਂ ਸਭ ਤੋਂ ਵਧੀਆ। ਤਾਂ ਹੀ ਤਾਂ ਅਸੀਂ ਕਹਿੰਦੇ ਨਾ, ਇਨਸਾਨਾਂ ਵਿੱਚੋਂ ਕਿਸੇ ਗਰੁੱਪ ਦੇ ਵਿੱਚੋਂ ਕੋਈ ਸਭ ਤੋਂ ਚੰਗਾ ਬੰਦਾ ਹੋਵੇ ਤਾਂ ਉਹਨੂੰ ਉਹਦਾ ਪ੍ਰਧਾਨ ਬਣਾਤਾ ਜਾਂਦਾ, ਜੀ ਇਹਦੀ ਪ੍ਰਧਾਨ ਹੈ, ਇਹ ਸਭ ਤੋਂ ਵਧੀਆ ਇਹਨਾਂ ਸਾਰਿਆਂ ਦੇ ਵਿੱਚੋਂ। ਸੋ ਇੱਥੇ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਨੂੰ ਯਾਦ ਕਰਨ ਵਾਲਾ ਜਿਹੜਾ ਹੈ ਉਹ ਬੜਾ ਪ੍ਰਸਿੱਧ ਹੋ ਜਾਂਦਾ ਹੈ, ਉਹ ਪ੍ਰਵਾਨ ਹੋ ਜਾਂਦਾ ਹੈ। ਤੇ ਜਿਹੜਾ ਵਾਹਿਗੁਰੂ ਨੂੰ ਚੇਤੇ ਰੱਖਦਾ ਹੈ ਉਹ ਸਭ ਤੋਂ ਚੰਗਾ ਗਿਣਿਆ ਜਾਂਦਾ ਹੈ, ਸਭ ਤੋਂ ਵਧੀਆ ਮਨੁੱਖ ਗਿਣਿਆ ਜਾਂਦਾ ਹੈ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਉਹ ਫਿਰ ਕਿਸੇ ਦੀ ਮੁਹਤਾਜੀ ਨਹੀਂ ਕਰਦੇ ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ। ਮੁਹਤਾਜ ਹੋਣਾ ਹੁੰਦਾ ਹੈ ਵੈਨ ਯੂ ਆਰ ਡਿਪੈਂਡੈਂਟ ਔਨ ਸਮਬਡੀ, ਤੇ ਜਦੋਂ ਬੇਮੁਹਤਾਜੇ ਕਵਾਂਗੇ ਤੇ ਯੂ ਆਰ ਇੰਡੀਪੈਂਡੈਂਟ, ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋ, ਤੁਸੀਂ ਕਿਸੇ ਤੇ ਕੋਈ ਤੁਹਾਨੂੰ ਕੰਟਰੋਲ ਨਹੀਂ ਕਰਦਾ, ਤੁਸੀਂ ਖੁਦ ਮੁਖਤਾਰ ਹੋ, ਤੁਸੀਂ ਆਜ਼ਾਦ ਹੋ, ਤੁਸੀਂ ਕਿਸੇ ਦੇ ਮੁਹਤਾਜੀ ਦੇ ਅੰਦਰ ਨਹੀਂ ਹੋ। ਬੇਮੁਹਤਾਜ ਉਹ ਹੋ ਜਾਂਦੇ ਨੇ ਜਿਹੜੇ ਹਮੇਸ਼ਾ ਵਾਹਿਗੁਰੂ ਨੂੰ ਚੇਤੇ ਰੱਖਦੇ ਨੇ। ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਰਾਜਾ ਹੁੰਦਾ ਬਾਦਸ਼ਾਹ, ਕਿੰਗ, ਐਂਪਰਰ। ਸਰਬ ਕੇ ਰਾਜੇ ਮਤਲਬ ਸਾਰਿਆਂ ਦਾ ਰਾਜਾ, ਸਾਰਿਆਂ ਦਾ ਬਾਦਸ਼ਾਹ ਉਹ ਹੋ ਜਾਂਦਾ ਹੈ ਜਿਹਨੂੰ ਵਾਹਿਗੁਰੂ ਯਾਦ ਰਹਿੰਦਾ ਹੈ, ਜਿਹਨੂੰ ਵਾਹਿਗੁਰੂ ਚੇਤੇ ਆਉਂਦਾ ਹੈ। ਇੱਥੇ ਵੀ ਦੁਨੀਆ ਦੇ ਰਾਜ ਦੀ ਗੱਲ ਨਹੀਂ ਹੋ ਰਹੀ, ਇੱਥੇ ਜੋ ਗੱਲ ਹੋ ਰਹੀ ਹੈ ਉਹ ਹੈ ਰਾਜਾ ਕੌਣ ਹੁੰਦਾ ਹੈ। ਰਾਜਾ ਉਹ ਹੈ ਜਿਹੜਾ ਰੱਜਿਆ ਹੋਇਆ, ਜਿਹਦੇ 'ਚ ਕੰਪਲੀਟ ਕੰਟੈਂਟਮੈਂਟ ਆਈ ਹੋਈ ਹੈ, ਉਹੋ ਹੀ ਰਾਜਾ ਹੈ। ਤੇ ਜੇ ਰਾਜਾ ਹੁੰਦੇ ਹੋਏ ਵੀ ਹਾਲੇ ਭੁੱਖ ਨਹੀਂ ਮਿਟੀ, ਜੇ ਰਾਜਾ ਹੁੰਦੇ ਹੋਏ ਵੀ ਹਾਲੇ ਹੋਰ ਲੈਣ ਦੀ ਇੱਛਾ ਹੈ ਤੇ ਰੱਜਿਆ ਨਹੀਂ ਨਾ, ਤੇ ਜੇ ਰੱਜਿਆ ਨਹੀਂ ਤੇ ਫਿਰ ਰਾਜਾ ਕਾਹਦਾ, ਫਿਰ ਤਾਂ ਹਾਲੇ ਮੰਗਤਾ ਹੀ ਹੈ। he is still a beggar, how can he be a king if he still has so many desires within him? ਸੋ ਰੱਜਿਆ ਹੋਇਆ ਉਹ ਹੁੰਦਾ ਜਿਹੜਾ ਚੰਗੀ ਤਰ੍ਹਾਂ with full of contentment, ਤੇ ਉਹਨੂੰ ਰਾਜਾ ਕਿਹਾ ਜਾਂਦਾ ਜੀ, ਰੱਜ ਗਿਆ, ਇਹ ਹੁਣ ਰੱਜਿਆ, ਇਹ ਹਰ ਪਾਸਿਓਂ ਰੱਜਿਆ ਪੁੱਜਿਆ। ਅਸੀਂ ਪੰਜਾਬੀ 'ਚ ਅੱਖਰ ਵਰਤਦੇ ਹਾਂ। ਸਰਬ ਕੇ ਰਾਜੇ ਮਤਲਬ ਸਾਰਿਆਂ ਦੇ ਰਾਜੇ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਨੇ, ਵਾਹਿਗੁਰੂ ਨੂੰ ਸਿਮਰਦੇ ਨੇ। ਅੱਗੇ ਸਤਿਗੁਰੂ ਫਰਮਾਉਂਦੇ ਨੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਉਹ ਸੁਖੀ ਵਸਦੇ ਨੇ, ਉਹਨਾਂ ਦੇ ਨੇੜੇ ਦੁੱਖ ਨਹੀਂ ਆਉਂਦੇ। ਜਿਨ੍ਹਾਂ ਨੂੰ ਸਵਾਸ ਵਾਹਿਗੁਰੂ ਚੇਤੇ ਰਹਿੰਦਾ ਹੈ, ਜਿਨ੍ਹਾਂ ਨੂੰ ਹਰ ਵੇਲੇ ਵਾਹਿਗੁਰੂ ਨਾਲ ਅੰਗ ਸੰਗ ਮਹਿਸੂਸ ਹੁੰਦਾ ਹੈ, ਉੱਥੇ ਦੁੱਖ ਨਹੀਂ ਆ ਸਕਦਾ, ਉੱਥੇ ਦੁੱਖ ਕਲੇਸ਼ ਨਹੀਂ ਆ ਸਕਦੇ, ਉੱਥੇ ਸੁਖ ਹੀ ਵਸਦਾ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਦੁੱਖ ਤੇ ਰੋਗਾਂ ਦੇ ਡੇਰੇ ਭੱਜ ਜਾਂਦੇ ਨੇ, ਉਹਨਾਂ ਦੇ ਰਹਿਣ ਵਾਸਤੇ ਕੋਈ ਥਾਂ ਬਸ ਰਹਿੰਦੀ ਨਹੀਂ, ਭੱਜ ਜਾਂਦੇ ਨੇ ਉਹਨਾਂ ਦੇ ਡੇਰੇ। ਤੇ ਇੱਥੇ ਵੀ ਮਹਾਰਾਜ ਕਹਿੰਦੇ ਨੇ ਸੁਖਵਾਸੀ ਨੇ, ਉਹ ਸੁਖੀ ਵਸਣ ਵਾਲੇ ਲੋਕ ਹਨ ਜਿਨ੍ਹਾਂ ਨੂੰ ਵਾਹਿਗੁਰੂ ਹਰ ਵੇਲੇ ਯਾਦ ਰਹਿੰਦਾ ਹੈ। ਤੇ ਪ੍ਰਭ ਕੋ ਸਿਮਰੈ ਸਦਾ ਅਬਿਨਾਸੀ, ਅਬਿਨਾਸੀ ਦਾ ਮਤਲਬ ਹੈ ਜਿਹੜੇ ਕਦੇ ਮਰਦੇ ਨਾ ਹੋਣ, ਜਿਹੜੇ ਕਦੇ ਨਾਸ ਨਾ ਹੋਣ। ਇੱਥੇ ਵੀ ਇਹ ਸਰੀਰ ਦੇ ਅਬਿਨਾਸੀ ਹੋਣ ਦੀ ਗੱਲ ਨਹੀਂ ਹੈ, ਉਹਨਾਂ ਦੀ ਸ਼ਖਸੀਅਤ ਦੇ ਅਬਿਨਾਸੀ ਹੋਣ ਦੀ ਗੱਲ ਹੈ। ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਵਾਹਿਗੁਰੂ ਉਹਨਾਂ ਦੇ ਹਿਰਦੇ 'ਚ ਹਰ ਵੇਲੇ ਵਸਿਆ ਰਹਿੰਦਾ ਹੈ। ਫਿਰ ਇੱਕ ਸਮਾਂ ਆ ਜਾਂਦਾ ਹੈ ਜਦੋਂ ਵਾਹਿਗੁਰੂ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਧਨਾਸਰੀ ਰਾਗ ਵਿੱਚ ਕਿ ਹਰ ਕੇ ਸੰਤ ਜਪੋ ਹਰ ਜਪਨਾ, ਹਰ ਸੰਤ ਚਲੇ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਉਹ ਫਿਰ ਪਰਮੇਸ਼ਰ ਰੂਪ ਹੀ ਹੋ ਜਾਂਦੇ ਨੇ ਜਿਹੜੇ ਪਰਮੇਸ਼ਰ ਨੂੰ ਜਪਣ ਲੱਗ ਪੈਂਦੇ। ਜਿਨ ਹਰ ਜਪਿਆ ਸੇ ਹਰ ਹੋਏ, ਉਹ ਫਿਰ ਪਰਮੇਸ਼ਰ ਰੂਪ ਹੋ ਜਾਂਦੇ ਨੇ। ਫਿਰ
ਉਹ ਫਿਰ ਡੰਕੇ ਦੀ ਚੋਟ ਤੇ ਕਹਿ ਸਕਦੇ ਨੇ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਹੁਣ ਤੇ ਕਬੀਰ ਕਿੱਥੇ ਤੇ ਰਾਮ ਕਿੱਥੇ, ਇੱਕੋ ਹੀ ਹੋ ਗਏ ਨੇ, ਕੋਈ ਪਛਾਣ ਵੀ ਨਹੀਂ ਸਕਦਾ ਵੀ ਕਿਹੜਾ ਕਬੀਰ ਹੈ ਤੇ ਕਿਹੜਾ ਰਾਮ। ਸੰਤੈ ਸੰਗ ਕਬੀਰਾ ਬਿਗਰਿਓ ਤੇ ਸੋ ਕਬੀਰ ਰਾਮੈ ਹੋਏ ਨਿਬਰਿਓ। ਉਹ ਫਿਰ ਕਬੀਰ ਹੁਣ ਕਬੀਰ ਨਹੀਂ ਰਿਹਾ, ਇਹ ਹੁਣ ਰਾਮ ਹੋ ਗਿਆ। ਤੇ ਜਦੋਂ ਰਾਮ ਹੋ ਜਾਈਏ, ਜਦੋਂ ਪਰਮੇਸ਼ਰ ਹੋ ਜਾਈਏ, ਜਦੋਂ ਪਰਮਾਤਮਾ ਦਾ ਰੂਪ ਹੋ ਜਾਈਏ, ਤੇ ਫਿਰ ਉਹ ਫਿਰ ਨਾਸ ਨਹੀਂ ਹੁੰਦਾ, ਉੱਥੇ ਫਿਰ ਅੰਤ ਕੋਈ ਨਹੀਂ, ਕਿਉਂਕਿ ਵਾਹਿਗੁਰੂ ਬੇਅੰਤ ਹੈ, ਵਾਹਿਗੁਰੂ ਅਬਿਨਾਸੀ ਹੈ। ਤੇ ਜਿਹੜੇ ਵਾਹਿਗੁਰੂ ਵਰਗੇ ਹੋ ਜਾਂਦੇ ਨੇ ਉਹ ਵੀ ਅਬਿਨਾਸੀ ਹੋ ਜਾਂਦੇ ਨੇ। ਉਹਨਾਂ ਨੂੰ ਵੀ ਦੁਨੀਆ ਹਰ ਵੇਲੇ ਤੱਕ ਯਾਦ ਰੱਖਦੀ ਹੈ। ਉਹਨਾਂ ਦੀ ਸ਼ਖਸੀਅਤ ਜਿਹੜੀ ਹੈ, ਉਹਨਾਂ ਦੀ ਆਈਡੈਂਟੀਟੀ ਜੋ ਹੈ, ਉਹ ਹਰ ਵੇਲੇ ਹਮੇਸ਼ਾ ਤੱਕ ਰਹਿੰਦੀ ਦੁਨੀਆ ਤੱਕ ਮੌਜੂਦ ਰਹਿੰਦੀ ਹੈ। ਤੇ ਆਖਰੀ ਤੁਕਾਂ 'ਚ ਮਹਾਰਾਜ ਫਰਮਾਉਂਦੇ ਨੇ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਜਿਨ੍ਹਾਂ ਤੇ ਵਾਹਿਗੁਰੂ ਦਇਆ ਕਰ ਦੇਵੇ, ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰ ਦੇਵੇ, ਜਿਨ੍ਹਾਂ ਤੇ ਵਾਹਿਗੁਰੂ ਤਰਸ ਖਾ ਲਵੇ, ਉਹ ਹੀ ਸਿਮਰਨ ਕਰਨ ਵਿੱਚ ਲੱਗਦੇ ਨੇ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਸਿਮਰਨ ਵੀ ਨਹੀਂ ਜੇ ਹੋ ਸਕਦੀ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਨਾ ਸੋਚਿਓ ਕਿ ਅਸੀਂ ਜਪ ਲਿਆ ਤੇ ਹੁਣ ਕਿਰਪਾ ਹੋਏਗੀ, ਨਹੀਂ। ਇੱਥੇ ਕਿਰਪਾ ਪਹਿਲਾਂ ਹੁੰਦੀ ਹੈ ਤੇ ਬੰਦਾ ਜੁੜਦਾ ਬਾਅਦ ਵਿੱਚ ਹੈ। ਇੱਥੇ ਬਾਣੀ ਪੜ੍ਹਨ ਵਿੱਚ ਬਾਅਦ 'ਚ ਲੱਗਦਾ ਹੈ, ਕਿਰਪਾ ਪਰਮੇਸ਼ਰ ਦੀ ਪਹਿਲਾਂ ਹੁੰਦੀ ਹੈ। ਕਿਉਂਕਿ ਜੇ ਕਿਰਪਾ ਨਾ ਹੋਵੇ ਤੇ ਬੰਦਾ ਬਾਣੀ ਕਿਵੇਂ ਪੜ੍ਹ ਸਕਦਾ ਹੈ, ਬੰਦਾ ਸਿਮਰਨ ਕਿਵੇਂ ਕਰ ਸਕਦਾ ਹੈ। ਇਹ ਉਹਦੀ ਕਿਰਪਾ ਦੇ ਨਾਲ ਇਹ ਮਿਲਦਾ ਹੈ, ਇਹ ਦਾਤ ਮਿਲਦੀ ਹੈ। ਜਿਨ੍ਹਾਂ ਤੇ ਵਾਹਿਗੁਰੂ ਦਇਆ ਕਰ ਦਿੰਦਾ ਹੈ, ਮਿਹਰ ਕਰ ਦਿੰਦਾ ਹੈ, ਉਹ ਸਿਮਰਨ ਕਰਨ ਲੱਗ ਜਾਂਦੇ, ਉਹਨਾਂ ਨੂੰ ਸਿਮਰਨ ਦੇ ਨਾਲ ਜੋੜ ਲੈਂਦੇ। ਇਹ ਸਾਡੀ ਕਈ ਵਾਰੀ ਗਲਤਫਹਿਮੀ ਹੋ ਜਾਂਦੀ ਹੈ। ਅਸੀਂ ਸੋਚਦੇ ਹਾਂ ਵੀ ਬਾਣੀ ਪੜ੍ਹਨਾ, ਨਾਮ ਜਪਣਾ, ਸਿਮਰਨ ਕਰਨਾ, ਨਿਤਨੇਮ ਕਰਨਾ, ਕੀਰਤਨ ਕਰਨਾ, ਇਹ ਮਿਹਨਤ ਹੈ, ਇਹ ਮਸ਼ੱਕਤ ਹੈ, ਇਹਦਾ ਫਲ ਗਾਂ ਮਿਲੇਗਾ ਸਾਨੂੰ। ਪਰ ਇਹ ਭੁੱਲ ਜਾਂਦੇ ਹਾਂ ਕਿ ਨਹੀਂ, ਇਹ ਮਸ਼ੱਕਤ ਨਹੀਂ, ਇਹ ਮਿਹਨਤ ਨਹੀਂ, ਇਹ ਤੇ ਰਿਵਾਰਡ ਹੈ, ਇਹ ਤੇ ਇਨਾਮ ਹੈ, ਇਹ ਆਪਣੇ ਆਪ 'ਚ ਇੱਕ ਇਨਾਮ ਹੈ। ਇਹ ਕਦੀ ਭੁਲੇਖਾ ਨਾ ਸਮਝਿਓ। ਜੇ ਬਾਣੀ ਪੜ੍ਹਦੇ ਪਏ ਹੋ, ਸਮਝ ਲਓ ਕਿ ਉਹਨੇ ਤੁਹਾਡੇ ਪਾਪ ਮਿਟਾ ਹੀ ਦੇਣੇ ਨੇ। ਜੇ ਬਾਣੀ ਪੜ੍ਹਦੇ ਪਏ ਹੋ ਤੇ ਸਮਝ ਲਓ ਕਿ ਗੁਰੂ ਦੀ ਕਿਰਪਾ ਹੋਈ ਹੈ, ਤਾਂ ਹੀ ਪੜ੍ਹਦੇ ਪਏ ਹੋ। ਜੇ ਨਾਮ ਜਪਦੇ ਹੋ ਤੇ ਸਮਝ ਲਓ ਵੀ ਵਾਹਿਗੁਰੂ ਦੀ ਦਇਆ ਹੋਈ ਹੈ, ਤਾਂ ਹੀ ਤੇ ਕਰਨ ਲੱਗੇ ਹੋ। ਇਹ ਦਇਆ ਪਹਿਲਾਂ ਹੁੰਦੀ ਜੇ ਤੇ ਸਿਮਰਨ ਕਰਨ ਵਿੱਚ ਬੰਦਾ ਬਾਅਦ 'ਚ ਲੱਗਦਾ ਹੈ। ਸਿਮਰਨ ਤੇ ਲਾਗੇ ਉਹ ਲੱਗਦੇ ਨੇ ਜਿਨ ਆਪ ਦਇਆਲਾ, ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰ ਦਿੰਦਾ ਹੈ, ਜਿਨ੍ਹਾਂ ਤੇ ਉਹ ਦਇਆ ਕਰ ਦਿੰਦਾ ਹੈ। ਨਾਨਕ ਜਨ ਕੀ ਮੰਗੈ ਰਵਾਲਾ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲਾ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐਸੇ ਜਨਾਂ ਦੀ, ਐਸੇ ਜਪਣ ਵਾਲਿਆਂ ਦੀ, ਐਸੇ ਸਿਮਰਨ ਕਰਨ ਵਾਲਿਆਂ ਦੀ, ਐਸਿਆਂ ਦੀ ਜਿਨ੍ਹਾਂ ਤੇ ਵਾਹਿਗੁਰੂ ਦੀ ਦਇਆ ਹੋਈ ਹੋਵੇ, ਉਹਨਾਂ ਦੀ ਮੈਨੂੰ ਪੈਰਾਂ ਦੀ ਧੂੜ ਮਿਲ ਜਾਏ, ਉਹਨਾਂ ਦੇ ਪੈਰਾਂ ਦੀ ਖਾਕ ਮਿਲ ਜਾਏ, ਚਰਨਾਂ ਦੀ ਰਵਾਲ ਮਿਲ ਜਾਏ, ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਉਹਨਾਂ ਦੀ ਚਰਨਾਂ ਦੀ ਧੂੜ ਮੰਗਦਾ ਹਾਂ, ਕਿਤੇ ਉਹ ਮੈਨੂੰ ਪ੍ਰਾਪਤ ਹੋ ਜਾਏ। ਇੱਥੇ ਕਿੱਡੀ ਉੱਚੀ ਪਦਵੀ ਹੈ ਨਾਮ ਜਪਣ ਵਾਲਿਆਂ ਦੀ, ਕਿੱਡੀ ਉੱਚੀ ਪਦਵੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਹਰ ਵੇਲੇ ਯਾਦ ਰਹਿੰਦਾ ਹੈ। ਜਿੱਥੇ ਕਿ ਇਹ ਮੰਗ ਹੋ ਜਾਂਦੀ ਹੈ ਵੀ ਅਸੀਂ ਉਹਨਾਂ ਵਰਗੇ ਤਾਂ ਨਹੀਂ ਹੋ ਸਕਦੇ, ਪਰ ਉਹਨਾਂ ਦੇ ਪੈਰਾਂ ਦੀ ਜੇ ਸਾਨੂੰ ਧੂੜ ਵੀ ਮਿਲ ਜਾਏ, ਉਹਨਾਂ ਦੇ ਪੈਰਾਂ ਦੀ ਖਾਕ ਵੀ ਸਾਨੂੰ ਪ੍ਰਾਪਤ ਹੋ ਜਾਏ, ਤੇ ਅਸੀਂ ਵੱਡੇ ਭਾਗਾਂ ਵਾਲੇ ਮਹਿਸੂਸ ਕਰਾਂਗੇ। ਜਨ ਕੀ ਮੰਗੈ ਰਵਾਲਾ, ਐਸੇ ਜਨ ਜਿਹੜੇ ਸਿਮਰਨ ਕਰਦੇ ਨੇ। ਮਹਾਰਾਜ ਕਹਿੰਦੇ ਨੇ ਐਸਿਆਂ ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਏ, ਐਸੇ ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜ ਕਿਤੇ ਸਾਨੂੰ ਪ੍ਰਾਪਤ ਹੋ ਜਾਏ, ਤੇ ਬਹੁਤ ਵੱਡੀਆਂ ਭਾਗਾਂ ਵਾਲੇ। ਅਗਲੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ। ਉਪਕਾਰ ਕਰਨਾ ਹੁੰਦਾ ਹੈ ਕਿਸੇ ਦਾ ਭਲਾ ਕਰਨਾ, ਕਿਸੇ ਦੀ ਹੈਲਪ ਕਰਨਾ, ਤੇ ਪਰ ਉਪਕਾਰ ਹੁੰਦਾ ਹੈ ਕਿਸੇ ਹੋਰ ਦੀ ਹੈਲਪ ਕਰਨਾ। ਉਪਕਾਰ ਹੁੰਦਾ ਹੈ ਹੈਲਪ ਕਰਨਾ, ਤੇ ਪਰ ਉਪਕਾਰ ਕਿਸੇ ਹੋਰ ਦਾ ਭਲਾ ਕਰਨਾ। ਦੁਨੀਆ ਦਾ ਭਲਾ ਕਰਨ ਵਾਲੇ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਵਾਹਿਗੁਰੂ ਨੂੰ ਚੇਤੇ ਰੱਖਦੇ ਨੇ, ਉਹ ਪਰ ਉਪਕਾਰੀ ਹੋ ਜਾਂਦੇ ਨੇ। ਉਹਨਾਂ ਨੂੰ ਉਹਨਾਂ ਦੇ ਦੁਆਰਾ ਕਿੰਨਿਆਂ ਦਾ ਭਲਾ ਹੋ ਜਾਂਦਾ ਹੈ, ਕਿੰਨਿਆਂ ਤੇ ਉਪਕਾਰ ਹੋ ਜਾਂਦਾ ਹੈ। ਇਤਨੀ ਉਹਨਾਂ 'ਚ ਸਮਰੱਥਾ ਆ ਜਾਂਦੀ ਹੈ ਕਿ
ਉਹ ਬਾਕੀਆਂ ਦਾ ਭਲਾ ਕਰ ਸਕਦੇ ਨੇ, ਉਪਕਾਰ ਉਹਨਾਂ ਤੇ ਸਾਰਿਆਂ ਤੇ ਕਰ ਸਕਦੇ ਨੇ, ਪਰਉਪਕਾਰੀ ਹੋ ਜਾਂਦੇ ਨੇ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਮਹਾਰਾਜ ਕਹਿੰਦੇ ਨੇ ਮੈਂ ਕੁਰਬਾਨ ਜਾਣਾ ਹੈ, ਸਦਾ ਹੀ ਕੁਰਬਾਨ ਜਾਣਾ ਹੈ ਉਹਨਾਂ ਤੋਂ ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਨੇ, ਚੇਤੇ ਰੱਖਦੇ ਨੇ। ਬਲਿਹਾਰ ਜਾਣਾ ਹੁੰਦਾ ਹੈ ਕੁਰਬਾਨ ਹੋ ਜਾਣਾ, ਟੂ ਸੈਕਰੀਫਾਈਸ ਯੋਰ ਲਾਈਫ ਫॉर ਸਮਨ। ਇੱਥੇ ਮਹਾਰਾਜ ਕਹਿੰਦੇ ਨੇ ਮੈਂ ਆਪਣੀ ਜ਼ਿੰਦਗੀ ਉਹਨਾਂ ਤੇ ਨਿਸ਼ਾਵਰ ਕਰਦਾ ਹਾਂ ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਵਾਹਿਗੁਰੂ ਨੂੰ ਚੇਤੇ ਰੱਖਦੇ ਨੇ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਉਹ ਸੋਹਣੇ ਹੋ ਜਾਂਦੇ ਨੇ, ਉਹ ਸੋਹਣੇ ਲੱਗਣ ਲੱਗ ਪੈਂਦੇ ਨੇ, ਉਹਨਾਂ ਦੇ ਚਿਹਰੇ ਅੱਛੇ ਲੱਗਣ ਲੱਗ ਪੈਂਦੇ ਨੇ। ਮੂੰਹ ਸੋਹਣਾ ਹੋਣਾ ਮਤਲਬ ਇੱਜ਼ਤਦਾਰ ਹੋਣਾ, ਚੰਗਾ ਲੱਗਣਾ, ਉਹਨਾਂ ਦੇ ਕੋਲ ਬੈਠ ਕੇ ਮਨ ਨੂੰ ਅੱਛਾ ਲੱਗਣਾ, ਉਹਨਾਂ ਦੀ ਬਚਨ ਸੁਣ ਕੇ ਮਨ ਵਿੱਚ ਠੰਡ ਪੈਣੀ, ਇਹਨੂੰ ਸੋਹਣਾ ਕਹਿੰਦੇ ਨਾ ਅਸੀਂ। ਸੋਹਣਾ ਕੱਲਾ ਅੱਖਾਂ ਦਾ ਵਿਸ਼ਾ ਨਹੀਂ, ਸੋਹਣਾ ਮਨ ਦਾ ਵਿਸ਼ਾ। ਕਹਿੰਦੇ ਨੇ ਜੀ ਇੱਕ ਤੇ ਉਹਦਾ ਚਿਹਰਾ ਮੂਹਰਾ ਬੜਾ ਸੋਹਣਾ ਲੱਗਦਾ ਹੈ, ਇਹ ਵੀ ਕਹਿੰਦੇ ਅਸੀਂ। ਉਹ ਤਾਂ ਜੋ ਅੱਖਾਂ ਨਾਲ ਨਜ਼ਰ ਆਉਂਦਾ ਹੈ ਉਹ ਹੈ। ਕਈ ਵਾਰੀ ਬੰਦੇ ਦੇ ਬੋਲ ਇਹਨੇ ਅੱਛੇ ਲੱਗਦੇ ਨੇ, ਅਸੀਂ ਕਹਿੰਦੇ ਜੀ ਉਹਦੀ ਬੋਲੀ ਬੜੀ ਸੋਹਣੀ ਹੈ, ਉਹਦੀ ਬੋਲੀ 'ਚ ਬੜੀ ਮਿਠਾਸ ਹੈ। ਕਿਸੇ ਦੀ ਨੇਚਰ ਅੱਛੀ ਲੱਗੇ, ਕਹਿੰਦੇ ਜੀ ਸੁਭਾਅ ਬੜਾ ਸੋਹਣਾ ਹੈ। ਸੋ ਇਹ ਸੋਹਣਾ ਜਿਹੜਾ ਅੱਖਰ ਹੈ ਨਾ, ਇਹ ਮਨ ਦਾ ਵਿਸ਼ਾ ਹੈ, ਜੋ ਮਨ ਨੂੰ ਅੱਛਾ ਲੱਗੇ। ਸੋ ਉਹਨਾਂ ਦਾ ਚਿਹਰਾ ਵੀ ਸੋਹਣਾ ਲੱਗਦਾ ਹੈ ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਨੇ, ਵਾਹਿਗੁਰੂ ਨੂੰ ਚੇਤੇ ਰੱਖਦੇ ਨੇ। ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਸੁਖ ਬਿਹਾਵੈ ਮਤਲਬ ਸੁਖੀ ਹੀ ਵਸਦੇ ਨੇ, ਉਹਨਾਂ ਦੀ ਜ਼ਿੰਦਗੀ ਸੁੱਖਾਂ ਵਿੱਚ ਗੁਜ਼ਰਦੀ ਹੈ, ਦੁੱਖ ਨਹੀਂ ਆਉਂਦੇ। ਸੁਖ ਹੋ ਕੇ, ਸੁਖੀ ਹੋ ਕੇ, ਸੁੱਖਾਂ ਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ ਜਿਹੜੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਕਰਦੇ ਨੇ, ਹਰ ਵੇਲੇ ਚੇਤੇ ਕਰਦੇ ਨੇ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਨੇ। ਆਤਮ ਜੀਤਾ, ਆਪਣੇ ਆਪ ਨੂੰ ਜਿੱਤਣ ਵਾਲੇ ਹੋ ਜਾਂਦੇ। ਆਪਣੇ ਆਪ ਨੂੰ ਕਿਵੇਂ ਜਿੱਤੀਦਾ ਹੈ, ਆਪੇ ਨੂੰ ਕਿਵੇਂ ਜਿੱਤ ਲਈਦਾ ਹੈ? ਜਿੱਥੇ ਸਾਡੇ ਐਨੀਮੀਜ਼ ਨੇ ਨਾ, ਬਾਹਰਲੇ ਪਾਸੇ ਬੈਠੇ ਜਿਹੜੇ ਬਾਹਰ ਨਜ਼ਰ ਆਉਂਦੇ ਨੇ, ਜਿਹੜੇ ਬਾਹਰੋਂ ਸਾਨੂੰ ਅਟੈਕ ਕਰਦੇ ਨੇ ਤੇ ਅਸੀਂ ਉਹਨਾਂ ਤੋਂ ਆਪਣੇ ਆਪ ਨੂੰ ਬਚਾਉਂਦੇ ਆ, ਉਹਨਾਂ ਦੇ ਨਾਲ ਅੱਗੇ ਮੁਕਾਬਲਾ ਕਰਦੇ ਆ। ਅੰਦਰ ਵੀ ਬੜੇ ਬੈਠੇ ਨੇ ਜਿਹੜੇ ਅੰਦਰੋਂ ਅਟੈਕ ਕਰਦੇ ਨੇ। 5 ਜਿਹੜੀਆਂ ਵਾਈਸਿਸ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਅੰਦਰ ਦੇ ਦੁਸ਼ਮਣ ਨੇ, ਇਹ ਅੰਦਰੋਂ ਅਟੈਕ ਕਰਦੇ ਨੇ। ਤੇ ਕਈ ਲੋਕ ਐਸੇ ਨੇ ਬਾਹਰਲੇ ਅਟੈਕ ਨੂੰ ਤੇ ਉਹ ਜਾਣਦੇ ਨੇ ਕਿਵੇਂ ਹੈਂਡਲ ਕਰਨਾ ਹੈ, ਪਰ ਜਦੋਂ ਅੰਦਰੋਂ ਅਟੈਕ ਹੁੰਦਾ ਹੋਵੇ ਤੇ ਉਹਨਾਂ ਲਈ ਬੜਾ ਮੁਸ਼ਕਿਲ ਹੈ ਉਹਨੂੰ ਐਨਾਲਾਈਜ਼ ਕਰਕੇ ਉਹਨੂੰ ਬਰਦਾਸ਼ਤ ਕਰਨਾ ਤੇ ਉਹਨੂੰ ਕਿਵੇਂ ਟੈਕਲ ਕਰਨਾ ਹੈ। ਇਹਦੇ 'ਚ ਗੁਰੂ ਦਾ ਬਹੁਤ ਵੱਡਾ ਰੋਲ ਹੈ। ਗੁਰੂ ਮਹਾਰਾਜ ਬਹੁਤ ਵੱਡਾ ਰੋਲ ਇੱਥੇ ਪਲੇ ਕਰਦੇ ਨੇ। ਅੰਦਰਲਿਆਂ ਦੁਸ਼ਮਣਾਂ ਨੂੰ ਕਿਵੇਂ ਜਿੱਤਣਾ ਹੈ, ਇਹ ਗੁਰੂ ਮਹਾਰਾਜ ਦੀ ਬਾਣੀ ਤੋਂ ਸਾਨੂੰ ਪਤਾ ਲੱਗਦਾ ਹੈ। ਉਹ ਆਤਮ ਜੀਤ ਹੋ ਜਾਂਦੇ ਨੇ, ਆਪਣੇ ਅੰਦਰਲੇ ਨੂੰ ਜਿੱਤ ਲੈਂਦੇ ਨੇ, ਆਪਣੇ ਆਪ ਨੂੰ ਜਿੱਤ ਲੈਂਦੇ। ਅਸਲ ਵਿੱਚ ਤੇ ਆਪਣੇ ਆਪ ਨੂੰ ਜਿੱਤਣ ਵਾਲਾ ਸਮਝ ਲਓ ਕਿ ਬਹੁਤ ਵੱਡਾ ਅਚੀਵਰ ਹੈ, ਬਹੁਤ ਵੱਡੀ ਅਚੀਵਮੈਂਟ ਹੈ ਜੇ ਅਸੀਂ ਆਪਣੇ ਆਪ ਨੂੰ ਜਿੱਤ ਸਕੀਏ। ਕਿਉਂਕਿ ਅੰਦਰ ਕੋਈ ਝਾਕਦਾ ਹੀ ਨਹੀਂ ਨਾ, ਅਸੀਂ ਦੇਖਦੇ ਹੀ ਬਾਹਰ ਹਾਂ, ਅਸੀਂ ਅੰਦਰ ਵੱਲ ਤਾਂ ਝਾਤੀ ਮਾਰਦੇ ਹੀ ਨਹੀਂ। ਭਗਤ ਫਰੀਦ ਜੀ ਕਹਿੰਦੇ ਨੇ ਨਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰਬਾਨ ਮੇਂ ਸਿਰ ਨੀਵਾਂ ਕਰ ਦੇਖ। ਤੂੰ ਆਪਣੇ ਅੰਦਰ ਵੱਲ ਤੇ ਦੇਖ। ਅੰਦਰ ਵੱਲ ਦੇਖਾਂਗੇ ਨਾ ਤੇ ਆਪਣੀਆਂ ਊਣਤਾਈਆਂ ਨਜ਼ਰ ਆਉਣਗੀਆਂ, ਅੰਦਰ ਵੱਲ ਦੇਖਾਂਗੇ ਆਪਣੀਆਂ ਗਲਤੀਆਂ ਦਿਖਾਈ ਦੇਣਗੀਆਂ, ਅੰਦਰ ਵੱਲ ਦੇਖਾਂਗੇ ਅੰਦਰ ਕਿੰਨਾ ਹਨੇਰਾ ਹੈ ਇਹ ਦਿਖਾਈ ਦੇਗਾ। ਪਰ ਅਸੀਂ ਦੇਖਦੇ ਹੀ ਬਾਹਰ ਹਾਂ, ਅਸੀਂ ਅੰਦਰਲੇ ਦੀ ਪਰਵਾਹ ਨਹੀਂ ਕਰਦੇ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਕਰਦੇ ਨੇ, ਯਾਦ ਰੱਖਦੇ ਨੇ, ਉਹ ਆਪਣੇ ਆਪ ਆਪਣੇ ਅੰਦਰਲੇ ਨੂੰ ਜਿੱਤ ਲੈਂਦੇ ਨੇ, ਆਪਣੇ ਆਪ ਨੂੰ ਜਿੱਤ ਲੈਂਦੇ ਨੇ। ਤੇ ਪ੍ਰਭ ਕੋ ਸਿਮਰੈ ਤੇ ਨਿਰਮਲ ਰੀਤਾ। ਰੀਤਾ ਹੁੰਦਾ ਤਰੀਕਾ, ਰੀਤ ਹੁੰਦੀ ਤਰੀਕਾ। ਉਹਨਾਂ ਦੇ ਤਰੀਕੇ ਵਧੀਆ ਹੋ ਜਾਂਦੇ ਨੇ, ਉਹਨਾਂ ਦੇ ਜੋ ਰੋਹ ਰੀਤੀਆਂ ਨੇ, ਉਹਨਾਂ ਦਾ ਵਿਚਰਨਾ, ਉਹਨਾਂ ਦਾ the way they carry themselves is pure। ਉਹਦੇ 'ਚ
ਕੋਈ ਮੈਲ ਨਹੀਂ ਹੁੰਦੀ, ਨਿਰਮਲ ਹੋ ਜਾਂਦੇ ਨੇ। ਉਹ ਉਹਨਾਂ ਦਾ ਰਹਿਣ ਸਹਿਣ ਜਿਹੜਾ ਉਹ ਨਿਰਮਲ ਹੁੰਦਾ ਹੈ, ਪਵਿੱਤਰ ਹੋ ਜਾਂਦਾ ਹੈ। ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ। ਘਨੇ ਦਾ ਮਤਲਬ ਹੁੰਦਾ ਹੈ ਬਹੁਤ ਸਾਰੇ, ਬਹੁਤ ਸਾਰਾ, ਇਨ ਅਬੰਡੈਂਸ। ਤੇ ਆਨੰਦ ਦਾ ਮਤਲਬ ਹੁੰਦਾ ਹੈ ਬਲਿਸ। ਆਨੰਦ ਨੂੰ ਖੁਸ਼ੀ ਨਹੀਂ ਕਹਿ ਸਕਦੇ। ਖੁਸ਼ੀ ਦੀ ਜਦੋਂ ਲਿਮਿਟ ਮੁੱਕ ਜਾਂਦੀ ਹੈ ਨਾ, ਉਥੋਂ ਆਨੰਦ ਸ਼ੁਰੂ ਹੁੰਦਾ ਹੈ। when you are so happy that you can't even describe how much happy you are, you can't even measure how much happy you are, when you lose all your measurements, all your limits of happiness, that's when anand starts। ਤੇ ਇੱਥੇ ਆਨੰਦ ਮਿਲਦਾ ਉਹਨਾਂ ਨੂੰ, ਔਰ ਥੋੜਾ ਬਹੁਤਾ ਨਹੀਂ, ਬਹੁਤ ਸਾਰਾ ਮਿਲਦਾ ਹੈ। ਘਨਾ ਆਨੰਦ, ਕਨੇਰੇ ਆਨੰਦ, ਕਨੇਰੇ ਮਿਲਦੇ ਨੇ, ਪ੍ਰਾਪਤ ਹੋ ਜਾਂਦੇ ਨੇ। ਬੜੇ ਖੁਸ਼ੀ, ਇਤਨੇ ਖੁਸ਼ ਹੁੰਦੇ ਨੇ, ਇਤਨੇ ਆਨੰਦਮਈ ਹੋ ਜਾਂਦੇ ਨੇ ਕਿ ਬਹੁਤ ਵੱਡੀ ਤਾਦਾਦ ਵਿੱਚ, ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਉਹ ਹਮੇਸ਼ਾ ਕਿਉਂ ਆਨੰਦ ਕਨੇਰੇ ਉਹਨਾਂ ਦੇ ਹੁੰਦੇ ਨੇ, ਕਿਉਂ ਇਤਨਾ ਆਨੰਦ ਮਿਲਦਾ ਹੈ? ਕਿਉਂਕਿ ਵਾਹਿਗੁਰੂ ਨੇੜੇ ਹੁੰਦਾ ਹੈ। ਵਾਹਿਗੁਰੂ ਨੇੜੇ ਮਹਿਸੂਸ ਹੋਣ ਲੱਗ ਪੈਂਦਾ ਹੈ। ਉਹ ਫਿਰ ਵਾਹਿਗੁਰੂ ਦੇ ਨੇੜੇ ਨੇੜੇ ਵਸਦੇ ਨੇ, ਵਾਹਿਗੁਰੂ ਤੋਂ ਦੂਰ ਨਹੀਂ ਹੁੰਦੇ, ਲਾਂਭੇ ਨਹੀਂ ਹੁੰਦੇ। ਉਹ ਫਿਰ ਉਹਨਾਂ ਨੂੰ ਵਾਹਿਗੁਰੂ ਹਾਜ਼ਰ ਨਾਜ਼ਰ ਨਜ਼ਰ ਆਉਣ ਲੱਗ ਪੈਂਦਾ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਮਹਾਰਾਜ ਕਹਿੰਦੇ ਨੇ ਮੈਂ ਤੇ ਉਹਨੂੰ ਦੂਰ ਦੂਰ ਹੀ ਦੇਖਦਾ ਸੀ, ਕਿਤੇ 7ਵੇਂ ਅਸਮਾਨ ਤੇ ਬੈਠਾ ਹੋਏਗਾ, ਕਿਤੇ ਆਕਾਸ਼ ਤੇ ਬੈਠਾ ਹੋਏਗਾ, ਕਿਤੇ ਪਹਾੜੀ ਤੇ ਚੜ੍ਹ ਕੇ ਬੈਠਾ ਹੋਏਗਾ, ਕਿਸੇ ਫਲਾਣੇ ਮੰਦਿਰ 'ਚ ਬੈਠਾ ਹੋਏਗਾ। ਨਹੀਂ, ਮਹਾਰਾਜ ਕਹਿੰਦੇ ਨੇ ਜਿਹੜੇ ਉਹਨੂੰ ਹਰ ਵੇਲੇ ਯਾਦ ਰੱਖਦੇ ਨੇ, ਯਾਦ ਕਰਦੇ ਨੇ, ਉਹ ਫਿਰ ਵਾਹਿਗੁਰੂ ਦੇ ਨੇੜੇ ਵਸਦੇ ਨੇ। ਉਹਨੂੰ ਵਾਹਿਗੁਰੂ ਨੇੜੇ ਮਹਿਸੂਸ ਹੋਣ ਲੱਗ ਪੈਂਦਾ ਹੈ। ਪੇਖਤ ਉਹ ਹਰ ਵੇਲੇ ਦੇਖਦਾ ਹੈ, ਸੁਨਤ ਉਹ ਹਰ ਵੇਲੇ ਸੁਣਦਾ ਹੈ, ਸਦਾ ਹੈ ਸੰਗੇ ਹਰ ਵੇਲੇ ਉਹਨਾਂ ਦੇ ਨਾਲ ਹੈ, ਹਰ ਵੇਲੇ ਉਹਨਾਂ ਦੇ ਕੋਲ ਹੈ। ਮੈਂ ਮੂਰਖ ਜਾਣਿਆ ਦੂਰੀ ਦੇ। ਅਸੀਂ ਐਸੇ ਮੂਰਖ ਹਾਂ ਕਿ ਅਸੀਂ ਦੂਰ ਦੂਰ ਲੱਭਦੇ ਹਾਂ, ਉਹ ਤੇ ਬਹੁਤ ਨੇੜੇ ਹੈ। ਕਹੇ ਰਵਿਦਾਸ ਹੱਥ ਪੈ ਨੇੜੇ, ਇਹ ਹੱਥ ਮੇਰਾ ਹਾਲੇ ਦੂਰ ਹੈ, ਉਹ ਮੇਰਾ ਇਸ ਹੱਥ ਨਾਲੋਂ ਵੀ ਨੇੜੇ, ਪਰਮੇਸ਼ਰ ਇਹਦੇ ਨਾਲੋਂ ਵੀ ਨੇੜੇ। ਬਸੇ ਹਰ ਨੇੜੇ, ਫਿਰ ਵਾਹਿਗੁਰੂ ਦੇ ਨੇੜੇ ਵਸਦੇ ਨੇ। ਵਾਹਿਗੁਰੂ ਅੰਗ ਸੰਗ ਉਹਨਾਂ ਦੇ ਨਾਲ ਰਹਿੰਦਾ ਹੈ, ਜਿਹੜੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਰੱਖਦੇ ਨੇ। ਸੰਤ ਕਿਰਪਾ ਤੇ ਅਨਦਿਨ ਜਾਗ। ਅਨਦਿਨ ਮਤਲਬ ਹਰ ਦਿਨ, ਹਰ ਰੋਜ਼, ਹਰ ਵਕਤ, ਐਵਰੀ ਟਾਈਮ ਉਹ ਜਾਗਦੇ ਨੇ, ਉਹ ਅਲਰਟ ਰਹਿੰਦੇ ਨੇ, ਉਹ ਸੁਚੇਤ ਰਹਿੰਦੇ ਨੇ। ਉਹ ਫਿਰ ਗਾਫਲ ਨਹੀਂ ਹੁੰਦੇ। ਉਹ ਹਰ ਵੇਲੇ ਭਾਵੇਂ ਜਾਗਦੇ ਹੋਣ, ਭਾਵੇਂ ਸੁੱਤੇ ਹੋਣ, ਭਾਵੇਂ ਉੱਠੇ ਹੋਣ, ਭਾਵੇਂ ਬੈਠਦੇ ਹੋਣ, ਭਾਵੇਂ ਲੇਟੇ ਹੋਣ ਜਾਂ ਖੜੇ ਹੋਣ, ਅੰਦਰੋਂ ਉਹ ਸੁਚੇਤ ਹੁੰਦੇ ਨੇ। ਹਰ ਵੇਲੇ ਉਹਨਾਂ ਨੂੰ ਮਨ ਜਾਗ ਰਿਹਾ ਹੁੰਦਾ, ਜਾਗਰਤੀ ਆ ਜਾਂਦੀ। ਅਨਦਿਨ ਜਾਗ, ਹਰ ਦਿਨ, ਹਰ ਰੋਜ਼, ਹਰ ਵਕਤ ਉਹ ਜਾਗਦੇ ਨੇ। ਜਾਗਣਾ ਕੀ ਹੈ ਤੇ ਸੌਣਾ ਕੀ ਹੈ? ਜਾਗਦਾ ਹੋਇਆ ਬੰਦਾ, ਉਹਨੂੰ ਪਤਾ ਹੈ ਕਿ ਅਸਲੀਅਤ ਕੀ ਹੈ। ਜੋ ਮੇਰੇ ਸਾਹਮਣੇ ਮੈਨੂੰ ਨਜ਼ਰ ਆ ਰਿਹਾ ਹੈ, ਜੋ ਮੇਰੇ ਆਲੇ ਦੁਆਲੇ ਮੈਨੂੰ ਨਜ਼ਰ ਆ ਰਿਹਾ ਹੈ, ਜਿਸ ਸਰਕਮਸਟੈਂਸਿਸ ਵਿੱਚ ਮੈਂ ਬੈਠਾ ਹੋਇਆ, ਭਾਵੇਂ ਸੁਖੀ ਹਾਂ ਭਾਵੇਂ ਦੁਖੀ ਹਾਂ, ਉਹਨੂੰ ਉਹਦਾ ਅਹਿਸਾਸ ਹੁੰਦਾ ਹੈ, ਉਹਨੂੰ ਉਹਦੀ ਰਿਅਲਾਈਜੇਸ਼ਨ ਹੁੰਦੀ ਹੈ ਕਿ ਵੇਅਰ ਆਈ ਐਮ, ਮੈਂ ਕਿੱਥੇ ਹਾਂ, ਮੈਂ ਕੀ ਕਰ ਰਿਹਾ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ, ਮੇਰਾ ਗੋਲ ਕੀ ਹੈ। ਇਹ ਜਾਗਣ ਦੀ ਨਿਸ਼ਾਨੀ ਹੈ। ਤੇ ਸੁੱਤੇ ਦੀ ਕੀ ਨਿਸ਼ਾਨੀ ਹੈ? ਜਦੋਂ ਸਭ ਕੁਝ ਭੁੱਲ ਜਾਏ, ਸਭ ਕੁਝ ਭੁੱਲ ਜਾਏ, ਐਵਰੀਥਿੰਗ ਇਜ਼ ਫੋਰਗੋਟਨ। ਕਹਿੰਦੇ ਜੀ ਇਹ ਤੇ ਸੁੱਤਾ ਹੀ ਪਿਆ, ਇਹਨੂੰ ਤਾਂ ਪਤਾ ਹੀ ਕੁਝ ਨਹੀਂ। ਮੌਤ ਖੜੀ ਏ, ਮੌਤ ਤੇ ਹਰ ਵੇਲੇ ਮੰਡਰਾ ਰਹੀ ਹੈ ਸਾਡੇ ਸਿਰ ਤੇ, ਤੇ ਬੰਦਾ ਭੁੱਲਾ ਬੈਠਾ ਹੈ, ਬੰਦੇ ਨੂੰ ਪਰਵਾਹ ਕੋਈ ਨਹੀਂ। ਤੋ ਅਸੀਂ ਭਾਵੇਂ ਸਰੀਰ ਕਰਕੇ ਜਾਗ ਵੀ ਰਹੇ ਹੁੰਨੇ ਆ, ਲੇਕਿਨ ਅਸਲ ਵਿੱਚ ਸੁੱਤੇ ਪਏ ਆ, ਬਿਕੋਜ਼ ਸਾਨੂੰ ਪਰਵਾਹ ਕੋਈ ਨਹੀਂ ਹੈ। ਸਾਨੂੰ ਜੋ ਰਿਐਲਿਟੀ ਹੈ ਉਹਦੇ ਤੋਂ ਅਸੀਂ ਟੁੱਟੇ ਹੋਏ ਆ। ਵੀ ਆਰ ਬ੍ਰੋਕਨ ਫਰੋਮ ਦ ਰਿਐਲਿਟੀ। ਜੋ ਫੈਕਟਸ ਨੇ ਸਾਨੂੰ ਪਤਾ ਹੀ ਨਹੀਂ ਹਨ। We are so much engrossed in illusions that we have forgotten
एवरीथिंग अबाउट रियलिटी। रियलिटी की है? परमेश्वर हर वेले हाजिर नाजर महसूस होवे, वो रियलिटी है। मौत कदे ना भुले। बंदा हज़ारां गलतियां करन तो बच सकता है जे उन्होंने हर वेले अपनी मौत याद रहे। क्यों पाप करा, क्यों किसी का धन लुटा, क्यों किसी को दुख पहुंचावा? मेरा तो पता भी नहीं मैं अगले सेकंड भी जीना कि नहीं जीना। मैं अगले दिन का सूरज चढ़ता होया भी देखना कि नहीं देखना, मैंने तो भी नहीं पता। सो मैं क्यों करा? हज़ारां पाप बंदा करनों बच सकता है जे उन्होंने अपनी मौत याद रहे। ते अज्ञानता के हनेरे चों बंदा बच जाता है जदों उन्होंने वाहिगुरू याद रहे, जदों गुरु का शब्द याद रहे, गुरु की बाणी याद रहे। असल विच ते वही जागदा है। इत्थे शरीर के जागण सौण की नहीं गल, इत्थे मन के जागण की गल है, इत्थे सुरत के जागण की गल है। इत्थे हर वेले बंदा रियलिटी नाल जुड़िया रहे, वो जाग रहा हुंदा। अनदिन जाग। ते किद्दां जागदा है? संत कृपा ते। नाम जपण वाले जदों मेहर करते हैं, संत अखर जिहड़ा है ना, ये गुरु महाराज लिए भी वरत्या है ते संत अखर जिहड़ा गुरसिख वास्ते भी वरत्या है। सो जिहड़ा भी नाम जपदा है, जिहदे नाल जुड़िया वाहिगुरू मिल सकता है, जिहदे नाल जुड़िया वाहिगुरू की प्राप्ति हो सकती है, जिहदे नाल जुड़िया साडे पाप कट्टे जा सकते हैं, वही संत है। गुरु भी संत है ते गुरु का सिख भी संत है। बाणी च बड़े बचन आए ने जिथे गुरु नूं संत किया महाराज ने। भाग हुआ गुर संत मिलाया, पव विनाशी कर में पाया। ये तो आपां शब्द हज़ारियां च आपां पढ़दे ही हैं। होर भी बड़े शब्द ने जिहदे च गुरु नूं संत अखर वरत्या ते गुरसिख लई भी वरत्या। हर के संत सुनो जन भाई, गुर सेवियो बेग बेगाली। उत्थे गुरसिख नूं कहा मेरे भाईया, मेरे भरावा, वो रब दे संता, छेती देनी वाहिगुरू दी, गुरु की कृपा, गुरु की सेवा च जुड़ जा। इत्थे संत कृपा ते नाम जपण वालियां दी कृपा दे नाल ऐसी अवस्था उन्हां नूं मिल जांदी है, सिमरन विच जुड़ जांदे ने ते हर वेले जागृत रहिंदे ने, हर वेले अलर्ट रहिंदे ने, रियलिटी दे नाल जुड़ के रहिंदे ने। इल्यूजन्स उन्हां दे सारे खत्म हो जांदे ने। ते नानक सिमरन पूरे भाग, ऐसा सिमरन जिहड़े करदे ने उन्हां दे वड्डे भाग ने, वड्डी किस्मत है। उन्हां दी किस्मत जिहड़ी पूरी है, वड्डी किस्मत वाले हो जाते हैं, बड़े फॉर्चूनेट हो जाते हैं जिहड़े कि वाहिगुरू दे सिमरन दे नाल जुड़दे ने, वाहिगुरू दी भगती दे नाल जुड़दे ने। इत्थे एक गल बड़ी वारी महाराज सिमरन की गल करते हैं। पिछले एपीसोड विच आपां ये भी डिस्कस किया सीगा कि सिमरन का मतलब की है, सिमरन हुंदा की है। वाहिगुरू नूं याद करना, याद नूं सिमरन कहंदे ने, क्योंकि स्मरण तो ये डिराइव होके अखर आया। तो वाहिगुरू नूं असीं किवें याद रख सकते हैं? ये भी एक बहुत बड़ा क्वेश्चन है कि की वाहिगुरू 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 करन दे नाल वाहिगुरू याद रह सकता है, या दूजे पासे की वाहिगुरू दे गुण जिहड़े ने उन्हां नूं जे असीं याद रखीए ते वो वाहिगुरू याद रहिंदा है? हाँ जी बिल्कुल। वाहिगुरू सिमरन दे नाल, वाहिगुरू वाहिगुरू जपण दे नाल तां वाहिगुरू याद रहिंदा है जे वाहिगुरू बारे कुछ पता होवे, जो कि बाणी तो पता लगना है। बाणी सानू ये दसदी है कि वाहिगुरू है किहो जिहा, वाहिगुरू दे की गुण ने, वाहिगुरू नूं की चंगा लगदा है, की करिए जिहदे नाल वाहिगुरू प्राप्त हो जांदा है। जिन्हां नूं प्राप्त हो गया वो किहो जिहे ने ते जिन्हां नूं नहीं मिलिया वो अभागे किहो जिहे ने, ये बाणी तो ही पता लगदा है। परमेश्वर की प्राप्ति किवें हो सकती है, ये बाणी तो ही पता लगता है। ते बाणी जिहड़ी है ये परमात्मा दे गुण गायन ही है, ये गुणां दी विचार है गुरबाणी दे विच। सो बाणी पढ़ना ही सिमरन भी है। बाणी पढ़ना वाहिगुरू दी याद है, क्योंकि वाहिगुरू दे गुणां नूं याद रखांगे तो वाहिगुरू याद आंदा है। गावे को गुण वडियाइयां चार, ਉਹਦੇ गुण ਉਹਦੀਆਂ ਵਡਿਆਈਆਂ बहुत सारियां ਕਿੱਡੀਆਂ ਹੀ ਵਡਿਆਈਆਂ ने, कई उन्होंने ही गाते हैं तो ਇਹੋ ਹੀ ਉਹਨਾਂ ਦਾ सिमरन है।
ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਵੀ ਉਹਨੂੰ ਚੇਤੇ ਰੱਖਿਆ ਜਾ ਸਕਦਾ ਹੈ। ਗਾਵੇ ਕੋ ਦਾਤ ਜਾਣੇ ਨੀਸਾਨ, ਉਹਨੇ ਜੋ ਸਾਨੂੰ ਦਿੱਤਾ ਹੈ ਉਹ ਦਿੱਤੇ ਦਾ ਸ਼ੁਕਰਾਨਾ ਜਦੋਂ ਅਸੀਂ ਕਰਦੇ ਹਾਂ, ਇਹ ਵੀ ਵਾਹਿਗੁਰੂ ਦਾ ਸਿਮਰਨ, ਇਹ ਵੀ ਵਾਹਿਗੁਰੂ ਦੀ ਯਾਦ ਹੈ, ਇਹ ਵੀ ਵਾਹਿਗੁਰੂ ਦੀ ਰਿਮੈਂਬਰੈਂਸ ਹੈ। ਜਦੋਂ ਅਸੀਂ ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਉਹਨੂੰ ਯਾਦ ਕਰਦੇ ਹਾਂ ਕਿ ਇਹ ਤੰਦਰੁਸਤ ਸਰੀਰ ਦਿੱਤਾ, ਵਾਹਿਗੁਰੂ ਤੇਰਾ ਬੜਾ ਸ਼ੁਕਰ ਹੈ। ਇਹ ਅੱਖਾਂ ਦੇ ਨਾਲ ਮੈਂ ਵੇਖ ਸਕਦਾ, ਵਾਹਿਗੁਰੂ ਤੇਰਾ ਬਹੁਤ ਸ਼ੁਕਰ ਹੈ। ਇਹ ਹੱਥਾਂ ਨਾਲ ਮੈਂ ਆਪਣਾ ਕੰਮ ਕਰ ਸਕਦਾ, ਵਾਹਿਗੁਰੂ ਤੇਰਾ ਬੜਾ ਸ਼ੁਕਰ ਹੈ। ਪੈਰਾਂ ਨਾਲ ਚੱਲ ਸਕਦਾ, ਵਾਹਿਗੁਰੂ ਬੜਾ ਸ਼ੁਕਰ ਹੈ। ਚੰਗੇ ਮਾਤਾ ਪਿਤਾ ਦਿੱਤੇ ਨੇ, ਵਾਹਿਗੁਰੂ ਤੇਰਾ ਬਹੁਤ ਸ਼ੁਕਰ ਹੈ। ਚੰਗਾ ਜੀਵਨ ਸਾਥੀ ਬਖਸ਼ਿਆ, ਵਾਹਿਗੁਰੂ ਤੇਰਾ ਬਹੁਤ ਸ਼ੁਕਰ ਹੈ। ਚੰਗੇ ਆਗਿਆਕਾਰੀ ਬੱਚੇ ਬਖਸ਼ੇ ਨੇ, ਚੰਗੇ ਮਿੱਤਰ ਬਖਸ਼ੇ ਨੇ, ਚੰਗੀ ਸੰਗਤ ਬਖਸ਼ੀ ਹੈ, ਵਾਹਿਗੁਰੂ ਤੇਰਾ ਬੜਾ ਸ਼ੁਕਰ ਹੈ। ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਜੇ ਅਸੀਂ ਉਹਦੀ ਵਿਚਾਰ ਕਰੀਏ ਤੇ ਇਹ ਵੀ ਵਾਹਿਗੁਰੂ ਦੀ ਯਾਦ ਹੀ ਹੈ, ਇਹ ਵੀ ਸਿਮਰਨ ਹੀ ਹੈ। ਸੋ ਇਹ ਨਾ ਸੋਚਿਓ ਕਿ ਇਕੱਲਾ ਵਾਹਿਗੁਰੂ ਅੱਖਰ ਜਪਣ ਦੇ ਨਾਲ ਹੀ ਸਿਮਰਨ ਹੁੰਦਾ ਹੈ, ਬਾਣੀ ਪੜ੍ਹਨ ਨਾਲ ਵੀ ਸਿਮਰਨ ਹੁੰਦਾ ਹੈ, ਬਾਣੀ ਦੀ ਵਿਚਾਰ ਕਰਨ ਨਾਲ ਵੀ ਸਿਮਰਨ ਹੁੰਦਾ ਹੈ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਨਾਲ ਵੀ ਸਿਮਰਨ ਹੁੰਦਾ ਹੈ। ਸਾਧ ਸੰਗਤ ਦੀ ਸੇਵਾ ਕਰ ਲਈਏ, ਇਹ ਵੀ ਸਿਮਰਨ ਹੈ। ਵਾਹਿਗੁਰੂ ਯਾਦ ਰੱਖਦਾ ਹੈ, ਵਾਹਿਗੁਰੂ ਯਾਦ ਰਵੇ, ਇਹ ਸਿਮਰਨ ਹੈ। ਉਹਨੂੰ ਯਾਦ ਬੜਿਆਂ ਤਰੀਕਿਆਂ ਨਾਲ ਕੀਤਾ ਜਾ ਸਕਦਾ। ਅਗਲਾ ਸ਼ਬਦ ਜੋ ਕਿ ਅਸ਼ਟਪਦੀ ਦਾ 7ਵਾਂ ਸ਼ਬਦ ਹੈ, ਉੱਥੇ ਸਤਿਗੁਰੂ ਜੀ ਇਸੇ ਹੀ ਮਜ਼ਮੂਨ ਨੂੰ ਅੱਗੇ ਤੋੜਦੇ ਨੇ, ਸਿਫਤਾਂ ਦੱਸਦੇ ਨੇ ਸਿਮਰਨ ਵਾਲੇ ਇਨਸਾਨ ਕਿਹੋ ਜਿਹੇ ਹੁੰਦੇ ਨੇ, ਕੀ ਤਬਦੀਲੀ ਉਹਨਾਂ ਦੇ ਜੀਵਨ 'ਚ ਆ ਜਾਂਦੀ ਹੈ। ਇੱਥੇ ਮਹਾਰਾਜ ਫਰਮਾਉਂਦੇ ਨੇ, ਪ੍ਰਭ ਕੈ ਸਿਮਰਨ ਕਾਰਜ ਪੂਰੇ। ਉਹਨਾਂ ਦੇ ਸਾਰੇ ਕੰਮ ਜਿਹੜੇ ਨੇ ਪੂਰੇ ਹੋ ਜਾਂਦੇ ਨੇ, ਕੁਝ ਵੀ ਅਧੂਰਾ ਨਹੀਂ ਰਹਿ ਜਾਂਦਾ। ਜਿੰਨੇ ਕੰਮ ਉਹਨਾਂ ਨੇ ਸੋਚੇ ਹੁੰਦੇ ਨੇ ਸਭ ਪੂਰੇ ਹੋ ਜਾਂਦੇ। ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਕਦੀ ਝੂਰਾ, ਅੰਦੇਸ਼ਾ, ਡਿਸਅਪੁਆਇੰਟਮੈਂਟ ਇਹ ਕਦੀ ਨਹੀਂ ਆਉਂਦੀ। ਹਮੇਸ਼ਾ ਖੁਸ਼ ਰਹਿੰਦੇ ਨੇ, ਹਮੇਸ਼ਾ ਸੈਟੀਸਫਾਈਡ ਰਹਿੰਦੇ ਨੇ। ਝੂਰਾ ਨਹੀਂ ਆਉਂਦਾ, ਚਿੰਤਾ ਨਹੀਂ ਆਉਂਦੀ, ਕਲੇਸ਼ ਨਹੀਂ ਆਉਂਦਾ, ਡਿਸਅਪੁਆਇੰਟਮੈਂਟ ਨਹੀਂ ਆਉਂਦੀ। ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਪ੍ਰਭ ਕੋ ਸਿਮਰੈ ਕਭੂ ਨਾ ਝੂਰੇ, ਕਦੇ ਵੀ ਨਹੀਂ ਉਹ ਡਿਸਅਪੁਆਇੰਟ ਹੁੰਦੇ, ਕਦੇ ਵੀ ਨਹੀਂ ਉਹਨਾਂ ਨੂੰ ਚਿੰਤਾ ਆਉਂਦੀ, ਕਦੇ ਫਿਕਰ ਨਹੀਂ ਲੱਗਦੇ। ਤੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਐਸਾ ਜਿਹੜੇ ਸਿਮਰਨ ਕਰਨ ਲੱਗ ਪੈਂਦੇ ਨੇ, ਉਹਨਾਂ ਦੀ ਬਾਣੀ ਜਿਹੜੀ ਹੈ ਉਹਦੇ ਤੇ ਵਾਹਿਗੁਰੂ ਦੇ ਗੁਣ ਹੀ ਟਿਕੇ ਰਹਿੰਦੇ ਨੇ। ਵਾਹਿਗੁਰੂ ਦੇ ਗੁਣ ਜਿਹੜੇ ਨੇ ਉਹ ਉਹਨਾਂ ਦੀ ਜ਼ੁਬਾਨ ਤੇ ਆ ਕੇ ਟਿਕ ਜਾਂਦੇ ਨੇ। ਉਹਨਾਂ ਦੀ ਬਾਣੀ ਜਿਹੜੀ ਹੈ ਉਹ ਪਰਮੇਸ਼ਰ ਦੇ ਗੁਣਾਂ ਦੇ ਨਾਲ ਭਰਪੂਰ ਹੁੰਦੀ ਹੈ। ਹਰ ਗੁਣ, ਵਾਹਿਗੁਰੂ ਦੇ ਗੁਣ ਜਿਹੜੇ ਨੇ ਉਹਨਾਂ ਦੀ ਬਾਣੀ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਉਹ ਬੋਲਦੇ ਨੇ ਤੇ ਉਹਨਾਂ ਦੀ ਜ਼ੁਬਾਨ ਤੋਂ ਮਿਠਾਸ ਹੀ ਨਿਕਲਦੀ ਹੈ। ਉਹ ਬੋਲਦੇ ਨੇ ਤੇ ਸਭ ਨੂੰ ਚੰਗਾ ਹੀ ਲੱਗਦਾ ਹੈ। ਉਹ ਬੋਲਦੇ ਨੇ ਤੇ ਅੱਛਾ ਹੀ ਬੋਲਦੇ ਨੇ, ਕਦੇ ਬੁਰਾ ਨਹੀਂ ਬੋਲਦੇ, ਕਦੇ ਨਿੰਦਿਆ ਨਹੀਂ ਕਰਦੇ। ਉਹ ਕਦੇ ਨੈਗੇਟਿਵਿਟੀ ਵਾਲੇ ਪਾਸੇ ਬੋਲਦੇ ਹੀ ਨਹੀਂ, ਧਿਆਨ ਹੀ ਨਹੀਂ ਉਹਨਾਂ ਦਾ ਜਾਂਦਾ, ਕਿਉਂਕਿ ਉਹਨਾਂ ਦੀ ਬਾਣੀ ਵਿੱਚ ਵਾਹਿਗੁਰੂ ਦੇ ਗੁਣ ਆ ਕੇ ਟਿਕ ਜਾਂਦੇ ਨੇ। ਹਰ ਗੁਣ ਬਾਣੀ, ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਚੇਤੇ ਰੱਖਦੇ ਨੇ, ਉਹ ਫਿਰ ਬੋਲਣਗੇ ਤਾਂ ਵੀ ਵਾਹਿਗੁਰੂ ਦੇ ਗੁਣ ਹੀ ਬੋਲਣਗੇ ਨਾ, ਕਿਉਂਕਿ ਚੇਤਾ ਅਸੀਂ ਕਰਨਾ ਮਨ ਦੇ ਨਾਲ, ਤੇ ਮਨ ਜਿਹੜਾ ਹੈ ਇਹਦੇ ਤੋਂ ਕੋਈ ਵੀ ਗੱਲ ਜਿਹੜੀ ਮਨ ਤੋਂ ਸ਼ੁਰੂ ਹੁੰਦੀ ਹੈ। ਅਸੀਂ ਕੁਝ ਬੋਲਣਾ ਹੈ, ਉਸ ਤੋਂ ਪਹਿਲਾਂ ਮਨ ਵਿੱਚ ਵਿਚਾਰ ਆਉਂਦੀ ਹੈ, ਫਿਰ ਮਨ ਡਿਸਾਈਡ ਕਰਦਾ ਹੈ ਕਿ ਮੈਂ ਇਹਨੂੰ ਇਹ ਅੱਖਰ ਵਰਤ ਕੇ ਇਹਨੂੰ ਇਸ ਤਰ੍ਹਾਂ ਡਿਸਕ੍ਰਾਈਬ ਕਰਨਾ ਹੈ। ਇਹ ਮਨ ਤੇ ਦਿਮਾਗ ਦਾ ਕੰਮ ਹੈ। ਤੇ ਜੇ ਮਨ ਵਿੱਚ ਵਿਚਾਰ ਹੀ ਚੰਗੇ ਹੋਣਗੇ ਤੇ ਜ਼ੁਬਾਨ ਤੇ ਬੋਲ ਵੀ ਚੰਗੇ ਹੀ ਨਿਕਲਣਗੇ। ਜੇ ਮਨ ਵਿੱਚ ਵਿਚਾਰ ਚੰਗੇ ਹੋਣਗੇ ਤੇ ਅੱਖਾਂ ਜਿਹੜੀਆਂ ਨੇ ਉਹ ਕਦੇ ਬੁਰੇ ਪਾਸੇ ਦੇਖਣਗੀਆਂ ਨਹੀਂ। ਜੇ ਮਨ ਵਿੱਚ ਵਿਚਾਰ ਚੰਗੇ ਹੋਣਗੇ ਤੇ ਹੱਥ ਕਦੇ ਕਿਸੇ ਦੀ ਬੁਰਾਈ ਕਰਨ ਵਾਚ ਕੇ ਉੱਠਣਗੇ ਨਹੀਂ। ਇਹ ਮਨ ਜਿਨ੍ਹਾਂ ਦਾ ਨਿਰਮਲ ਹੋ ਜਾਂਦਾ ਨਾ ਸਿਮਰਨ ਸਿਮਰ ਕੇ, ਉਹਨਾਂ ਦੀ ਜ਼ੁਬਾਨ, ਉਹਨਾਂ ਦੀ ਬਾਣੀ ਵੀ ਇਤਨੀ ਮਿੱਠੀ ਹੋ ਜਾਂਦੀ ਹੈ ਕਿ ਵਾਹਿਗੁਰੂ ਦੇ ਗੁਣ ਹੀ ਉਹਦੇ ਵਿੱਚ ਸਮਾਏ ਹੁੰਦੇ ਨੇ। ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਉਹਨਾਂ ਦੀ ਅਵਸਥਾ ਜਿਹੜੀ ਹੋ ਜਾਂਦੀ ਹੈ ਉਹ ਸਹਿਜ ਵਾਲੀ ਹੁੰਦੀ ਹੈ। ਉੱਥੇ ਐਂਗਜ਼ਾਇਟੀ ਨਹੀਂ ਹੁੰਦੀ, ਉੱਥੇ ਅਡੋਲਤਾ ਨਹੀਂ ਹੁੰਦੀ, ਉੱਥੇ ਸਟੈਬਿਲਿਟੀ ਹੁੰਦੀ ਹੈ, ਉੱਥੇ ਸਹਿਜ ਹੁੰਦਾ ਹੈ, ਅਡੋਲ ਅਵਸਥਾ ਹੁੰਦੀ ਹੈ।
ਸਹਿਜ ਵਾਲੀ ਅਵਸਥਾ ਉਹਨਾਂ ਨੂੰ ਮਿਲ ਜਾਂਦੀ, ਟਿਕੀ ਹੋਈ ਅਵਸਥਾ। ਉਹਦੇ 'ਚ ਸਮਾ ਕੇ ਰਹਿੰਦੇ ਨੇ, ਉਹਦੇ ਵਿੱਚ ਸਮਾਏ ਰਹਿੰਦੇ ਨੇ, ਇਸ ਸਹਿਜ ਦੇ ਵਿੱਚ ਟਿਕੇ ਰਹਿੰਦੇ ਨੇ, ਜਿਹੜੇ ਹਰ ਵੇਲੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ। ਤੇ ਪ੍ਰਭ ਕੈ ਸਿਮਰਨ ਨਿਹਚਲ ਆਸਨ, ਉਹਨਾਂ ਦਾ ਮਨ ਜਿਹੜਾ ਹੈ, ਆਸਨ ਮਨ ਵਾਸਤੇ ਅੱਖਰ ਵਰਤਿਆ ਹੈ, ਮਨ ਰੂਪੀ ਆਸਨ ਹੈ, ਡੋਲਦਾ ਨਹੀਂ। ਆਸਨ ਵੈਸੇ ਹੁੰਦਾ ਹੈ ਜਿੱਥੇ ਅਸੀਂ ਬੈਠਦੇ ਹਾਂ, ਆਵਰ ਸਿਟਿੰਗ ਪੋਸਚਰ, ਜਾਂ ਜੋ ਸਟੇਟਸ ਹੈ ਉਸ ਤੇ ਅਸੀਂ ਬੈਠੇ ਹੁੰਦੇ ਹਾਂ, ਉਹਨੂੰ ਆਸਣ ਕਹਿੰਦੇ ਨੇ। ਤੇ ਜੇ ਆਸਣ ਸਟੇਬਲ ਹੋਵੇ ਤੇ ਬੰਦਾ ਸਟੇਬਲ ਹੁੰਦਾ ਹੈ, ਤੇ ਜੇ ਮੰਨ ਲਓ ਕੁਰਸੀ ਦੀ ਕਲਾਤੀ ਟੁੱਟੀ ਹੋਵੇ ਤੇ ਬੰਦਾ ਕਿਵੇਂ ਸਟੇਬਲ ਹੋ ਕੇ ਬੈਠ ਸਕਦਾ? ਇਹ ਆਸਣ ਦੀ ਗੱਲ ਹੈ। ਉਹਨਾਂ ਦਾ ਆਸਣ, ਇੱਥੇ ਮਨ ਨੂੰ ਆਸਣ ਕਿਹਾ ਕਿਉਂਕਿ ਮਨ ਉਹ ਸੀਟ ਹੈ ਜਿੱਥੇ ਪਰਮੇਸ਼ਰ ਆ ਕੇ ਵਸਣਾ ਹੈ, ਜਿੱਥੇ ਪਰਮੇਸ਼ਰ ਨੇ ਆ ਕੇ ਬਹਿਣਾ ਹੈ। ਤੇ ਮਨ ਰੂਪੀ ਆਸਣ, ਇੱਕ ਮਨ ਨੂੰ ਆਸਣ ਦੇ ਨਾਲ ਮਹਾਰਾਜ ਇੱਥੇ ਐਗਜ਼ਾਮਪਲ ਦੇ ਕੇ ਸਮਝਾਉਂਦੇ ਨੇ। ਉਹਨਾਂ ਦਾ ਮਨ ਐਸੇ ਆਸਣ ਤੇ ਬੈਠਾ ਹੁੰਦਾ ਹੈ ਜੋ ਕਿ ਨਿਹਚਲ ਹੈ, ਜੋ ਕਿ ਹਿਲਦਾ ਨਹੀਂ, ਜੋ ਕਿ ਚੱਲਦਾ ਨਹੀਂ, ਟਿਕਾ, ਬਿਲਕੁਲ ਸਟੇਬਲ ਉਹਨਾਂ ਦਾ ਮਨ ਜਿਹੜਾ ਰਹਿੰਦਾ ਹੈ। ਉਹ ਕਦੇ ਡੋਲਦਾ ਨਹੀਂ, ਕਦੇ ਦੌੜਦਾ ਭੱਜਦਾ ਨਹੀਂ ਇੱਧਰ ਉੱਧਰ, ਉਹ ਟਿਕਿਆ ਰਹਿੰਦਾ ਹੈ। ਇੱਥੇ ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਇੱਥੇ ਐਨਾਲੋਜੀ, ਇਹ ਬੜੀ ਵਾਰੀ ਇਹ ਐਨਾਲੋਜੀ ਵਰਤੀ ਜਾਂਦੀ ਹੈ। ਕਮਲ, ਹਿਰਦਾ ਜਿਹੜਾ ਹੁੰਦਾ ਨਾ ਸਾਡਾ, ਜਿਹਨੂੰ ਅਸੀਂ ਹਿਰਦਾ ਕਹਿੰਦੇ ਹਾਂ, ਦਿਲ ਕਹਿੰਦੇ ਹਾਂ, ਉਹਨੂੰ ਕਮਲ ਦੇ ਨਾਲ ਕਈ ਵਾਰੀ ਕੰਪੇਅਰ ਕੀਤਾ ਜਾਂਦਾ ਹੈ। ਕਮਲ ਕੀ ਹੁੰਦਾ ਹੈ? ਫੁੱਲ, ਲੋਟਸ ਜਿਹੜਾ ਫੁੱਲ ਹੁੰਦਾ ਹੈ, ਉਹ ਜਦੋਂ ਖਿੜ ਜਾਂਦਾ ਹੈ ਕਿੰਨਾ ਸੋਹਣਾ ਲੱਗਦਾ ਹੈ। ਇਸ ਤਰ੍ਹਾਂ ਉਹਨਾਂ ਦਾ ਹਿਰਦਾ ਰੂਪੀ ਜਿਹੜਾ ਕਮਲ ਹੈ, ਹਿਰਦਾ ਰੂਪੀ ਜਿਹੜਾ ਫੁੱਲ ਹੈ, ਉਹ ਖਿੜ ਜਾਂਦਾ ਹੈ, ਉਹਦੇ 'ਚ ਵਿਕਾਸ ਆ ਜਾਂਦਾ ਹੈ, ਉਹ ਬਲੂਮ ਕਰ ਜਾਂਦਾ ਹੈ। ਇੱਥੇ ਵਾਲੀ ਕਹਿੰਦੇ ਨੇ ਸਿਮਰਨ ਦਾ ਇਹ ਇਫੈਕਟ ਹੁੰਦਾ ਹੈ ਕਿ ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਖਿੜ ਜਾਂਦਾ। ਇੱਥੇ ਹਿਰਦਾ ਜਿਹੜਾ ਨਾ, ਇਹਨੂੰ ਸਮਝਣ ਦੀ ਲੋੜ ਹੈ ਕਿ ਹਿਰਦਾ ਹੈ ਕੀ। ਅਗਰ ਕਿਸੇ ਡਾਕਟਰ ਨੂੰ ਪੁੱਛੋਗੇ ਨਾ ਤਾਂ ਹਾਰਟ ਕਹੇਗਾ, ਕਹਿੰਦਾ ਜੀ ਹਾਰਟ ਹੈ। ਤੇ ਜੇ ਗੁਰੂ ਮਹਾਰਾਜ ਨੂੰ ਪੁੱਛੋਗੇ ਮਹਾਰਾਜ ਹਿਰਦਾ ਕੀ ਹੈ, ਮਹਾਰਾਜ ਵੀ ਕਹਿੰਦੇ ਨੇ ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਮੇਰਾ ਹਿਰਦਾ ਜਿਹੜਾ ਉਹਦੇ 'ਚ ਤੇ ਵਾਹਿਗੁਰੂ ਦਾ ਨਾਮ ਵਸਿਆ ਹੋਇਆ। ਤੇ ਕਿਸੇ ਡਾਕਟਰ ਨੂੰ ਪੁੱਛ ਕੇ ਦੇਖੋ ਵੀ ਡਾਕਟਰ ਸਾਹਿਬ ਦੱਸੋ ਤਾਂ ਸਹੀ, ਇੱਥੇ ਦਿਲ ਦਾ ਸਕੈਨ ਕਰਕੇ ਦੱਸਿਓ ਵੀ ਇਹਦੇ 'ਚ ਵਾਹਿਗੁਰੂ ਕਿੱਥੇ ਕਿ ਨਾਮ ਟਿਕਿਆ ਹੋਇਆ ਹੈ। ਤੇ ਡਾਕਟਰ ਨੂੰ ਇਹਦਾ ਕੁਝ ਨਹੀਂ ਪਤਾ ਹੋਏਗਾ, ਕਿਉਂਕਿ ਉਹ ਹਿਰਦਾ ਹੋਰ ਹੈ, ਉਹ ਦਿਲ ਹੈ, ਉਹ ਸਿਰਫ ਇੱਕ ਪੰਪ ਹੈ ਜੋ ਕਿ ਬਲੱਡ ਨੂੰ ਪੰਪ ਕਰਦਾ ਹੈ ਤੇ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਜਿਸ ਹਿਰਦੇ ਦੀ ਗੱਲ ਕਰਦੇ ਨਾ, ਇਹ ਸਾਡੇ ਅੰਦਰਲੇ ਦਾ ਇਮੋਸ਼ਨਲ ਹੈੱਡਕੁਆਟਰ ਹੈ, ਸਮਝ ਲਓ। ਇਮੋਸ਼ਨਸ ਜਿੱਥੇ ਟਿਕੀਆਂ ਹੁੰਦੀਆਂ ਨੇ ਉਹਨੂੰ ਹਿਰਦਾ ਕਹਿੰਦੇ ਆ। ਇਸੇ ਤਰ੍ਹਾਂ ਜਿਵੇਂ ਹਿਰਦਾ ਹੈ ਨਾ, ਐਨੀਥਿੰਗ ਇਮੋਸ਼ਨਲ ਟੂ ਡੂ ਵਿਦ ਆਵਰਸੈਲਵਸ, ਉੱਥੇ ਹਿਰਦਾ ਆ ਜਾਂਦਾ ਇਨ ਐਕਸ਼ਨ, ਕਿਉਂਕਿ ਉੱਥੇ ਹਿਰਦਾ ਜਿਹੜਾ, ਇਹ ਵੀ ਇੱਕ ਸਟਲ ਹਿੱਸਾ ਹੈ ਸਾਡੇ ਅੰਦਰਲੇ ਦਾ, ਜੋ ਕਿ ਕਿਸੇ ਸਕੈਨ ਵਿੱਚ ਜਾਂ ਕਿਸੇ ਡਾਕਟਰ ਨੂੰ ਨਹੀਂ ਪਤਾ ਵੀ ਹਿਰਦਾ ਕਿੱਥੇ ਹੈ। ਹਾਲਾਂਕਿ ਅੱਖਰ ਭਾਵੇਂ ਦਿਲ ਵਾਸਤੇ ਵਰਤਿਆ, ਹਿਰਦੈ ਇਹ ਅੱਖਰ ਦਿਲ ਵਾਸਤੇ ਵਰਤਿਆ ਜਾਂਦਾ, ਉਹ ਵੀ ਹਿਰਦਾ ਹੀ ਕਹਿੰਦੇ ਨੇ ਇਸ ਗੱਲ ਨੂੰ। ਸੋ ਅੱਖਰ ਤੇ ਹਿਰਦਾ ਹੀ ਹੈ। ਜੇ ਫਿਜ਼ੀਓਲੋਜੀਕਲ ਟਰਮ 'ਚ ਦੇਖਾਂਗੇ ਤਾਂ ਉਹਨੂੰ ਹਾਰਟ ਕਹਿ ਦਿੰਦੇ ਆ, ਤੇ ਜੇ ਅਸੀਂ ਇਮੋਸ਼ਨਲ ਅੱਖਰਾਂ ਨਾਲ ਦੇਖਾਂਗੇ ਤੇ ਉੱਥੇ ਹਿਰਦਾ ਇਮੋਸ਼ਨਸ ਦੇ ਨਾਲ ਲਿੰਕ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਚਿੱਤ ਹੁੰਦਾ ਹੈ ਉਹਦਾ ਕੰਮ ਚੇਤੇ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਧਿਆਨ ਹੁੰਦਾ ਹੈ ਉਹਦਾ ਕੰਮ ਇਕਾਗਰ ਹੋਣਾ ਹੁੰਦਾ ਹੈ। ਇਸੇ ਤਰ੍ਹਾਂ ਸੁਰਤ ਜਿਹੜੀ ਹੈ ਉਹਦਾ ਕੰਮ ਹੁੰਦਾ ਹੈ ਜੁੜ ਜਾਣਾ। ਇਸੇ ਤਰ੍ਹਾਂ ਮਨ ਜਿਹੜਾ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਜਾਂ ਮੰਨ ਜਾਣਾ ਜਾਂ ਨਾ ਮੰਨਣਾ। ਸੋ ਇਹ ਅਲੱਗ-ਅਲੱਗ ਅੱਖਰ ਵਰਤੇ ਜਾਂਦੇ ਨੇ, ਹੈ ਸਾਡੇ ਸਾਰੇ ਅੰਤਹਿਕਰਨ ਦੇ ਹੀ ਅੱਖਰ ਨੇ। ਤੇ ਇੱਥੇ ਕਮਲ ਦੇ ਨਾਲ ਇਹਦੀ ਤੁਲਨਾ ਕੀਤੀ ਹੈ ਮਹਾਰਾਜ ਨੇ, ਜੋ ਕਿ ਖਿੜ ਜਾਂਦਾ ਹੈ ਵਾਹਿਗੁਰੂ ਨੂੰ ਯਾਦ ਕੀਤਿਆਂ। ਤੇ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਚੁਨਕਾਰ ਹੁੰਦਾ ਹੈ ਜਦੋਂ ਕਿਸੇ ਸਾਜ਼, ਕਿਸੇ ਮਿਊਜ਼ੀਕਲ ਇੰਸਟਰੂਮੈਂਟ ਨੂੰ ਤੁਸੀਂ ਉਹਦੀਆਂ ਤਾਰਾਂ ਨੂੰ ਹਲਕਾ ਜਿਹਾ ਟੱਚ ਕਰੋ ਤੇ ਬਹੁਤ ਥੋੜੀ ਦੇਰ ਵਾਸਤੇ ਆਵਾਜ਼ ਆਉਂਦੀ ਹੈ, ਜੋ ਕਿ ਮਿਊਜ਼ੀਕਲ ਆਵਾਜ਼ ਹੁੰਦੀ ਹੈ, ਜਿਹਨੂੰ ਕਿ ਅਸੀਂ
ਇੱਕ ਬਹੁਤ ਸ਼ਾਰਟ ਡਿਊਰੇਸ਼ਨ ਵਾਲਾ ਮਿਊਜ਼ਿਕ ਕਹਿ ਸਕਦੇ ਹਾਂ, ਉਹਨੂੰ ਝੁਨਕਾਰ ਕਹਿੰਦੇ ਆ। ਇੱਥੋਂ ਸ਼ੁਰੂ ਹੁੰਦਾ ਹੈ। ਅਨਹਦ ਉਹ ਹੁੰਦਾ ਹੈ ਜਿਹੜਾ ਬਿਨਾਂ ਵਜਾਏ ਵਜੇ। ਅਨਆਹਤ ਤੋਂ ਇਹ ਅੱਖਰ ਬਣਿਆ। ਅਨਆਹਤ, ਆਹਤ ਹੁੰਦਾ ਹੈ ਟੂ ਟੱਚ, ਟੂ ਪਲਕ, ਟੂ ਰਬ। ਇਹਨਾਂ ਤਰੀਕਿਆਂ ਦੇ ਨਾਲ ਮਿਊਜ਼ੀਕਲ ਆਵਾਜ਼ਾਂ ਨਿਕਲਦੀਆਂ ਨੇ। ਜਾਂ ਵੈਨ ਯੂ ਬਲੋ ਦ ਵਿੰਡ, ਕਿਸੇ ਪਾਈਪ ਦੇ ਵਿੱਚੋਂ ਜਾਂ ਕਿਸੇ ਰੀਡ ਦੇ ਵਿੱਚੋਂ ਤਾਂ ਉਹਦੀ ਆਵਾਜ਼ ਨਿਕਲਦੀ ਹੈ। ਲੇਕਿਨ ਇਹਨਾਂ ਸਾਰਿਆਂ ਲਈ ਕੁਝ ਐਫਰਟ ਕਰਨਾ ਪੈਂਦਾ ਹੈ ਇਹਨਾਂ ਦੀ ਆਵਾਜ਼ ਕੱਢਣ ਵਾਸਤੇ। ਸੋ ਜਦੋਂ ਬਿਨਾਂ ਐਫਰਟ ਤੋਂ ਕੋਈ ਆਵਾਜ਼ ਪੈਦਾ ਹੋਵੇ, ਉਹ ਆਵਾਜ਼ ਜਿਹੜੀ ਹੈ ਉਹਨੂੰ ਅਨਹਦ ਕਿਹਾ ਜਾਂਦਾ ਹੈ। ਇਹ ਪਰਮੇਸ਼ਰ ਦੀ ਕਿਰਪਾ ਨਾਲ, ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ ਜਦੋਂ ਅਨਾਹਦ ਨਾਦ ਵੱਜ ਪਵੇ। ਤਾਂ ਇੱਕ ਇਹ ਅੱਖਰ ਬੜਾ ਆਮ ਵਰਤਿਆ ਜਾਂਦਾ ਹੈ ਬਾਣੀ ਦੇ ਵਿੱਚ। ਅਨਹਦ ਅੱਖਰ, ਅਨਹਦ ਸ਼ਬਦ, ਅਨਹਦ ਨਾਦ। ਇਸੇ ਤਰ੍ਹਾਂ ਇੱਥੇ ਮਹਾਰਾਜ ਕਹਿੰਦੇ ਨੇ ਜਿਹਨੂੰ ਵਾਹਿਗੁਰੂ ਹਰ ਵੇਲੇ ਚੇਤੇ ਰਹਿੰਦਾ ਹੈ, ਜਿਨ੍ਹਾਂ ਨੂੰ ਯਾਦ ਰਹਿੰਦਾ ਹੈ, ਉਹਨਾਂ ਦੇ ਇਹ ਆਨੰਦਮਈ ਇਹ ਸੰਗੀਤ, ਅਨਹਦ ਸੰਗੀਤ ਦੀਆਂ ਝੁਨਕਾਰਾਂ ਉਹਨਾਂ ਦੇ ਹਮੇਸ਼ਾ ਵੱਜਦੀਆਂ ਰਹਿੰਦੀਆਂ ਨੇ। ਉਹ ਆਨੰਦ ਮਾਣਦੇ ਰਹਿੰਦੇ ਨੇ। ਤੇ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਇਤਨਾ ਸੁਖ ਹੈ ਵਾਹਿਗੁਰੂ ਨੂੰ ਸਿਮਰਨ ਦਾ ਕਿ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਨਹੀਂ ਮਿਣਿਆ ਜਾ ਸਕਦਾ, ਕੋਈ ਐਂਡ ਨਹੀਂ ਉਹਦਾ ਹੈ। ਐਂਡਲੈਸ ਉਹਦਾ ਸੁਖ ਹੈ ਜਿਹੜੇ ਵਾਹਿਗੁਰੂ ਨੂੰ ਯਾਦ ਰੱਖਦੇ ਨੇ। ਆਖਰੀ ਤੁਕਾਂ 'ਚ ਮਹਾਰਾਜ ਫਰਮਾਉਂਦੇ ਨੇ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ। ਜਿੱਦਾਂ ਪਿਛਲੇ ਸ਼ਬਦ ਵਿੱਚ ਮਹਾਰਾਜ ਨੇ ਕਿਹਾ ਸੀਗਾ, ਕਿਤੇ ਇਹ ਨਾ ਸੋਚ ਲਿਓ ਕਿ ਮੈਂ ਬੜਾ ਸਿਮਰਨ ਕੀਤਾ ਹੈ, ਮੈਂ ਬੜਾ ਜਪ ਤਪ ਕਰ ਲਿਆ, ਮੈਂ ਬੜੀ ਬਾਣੀ ਪੜ੍ਹ ਲਈ, ਮੈਂ ਬੜਾ ਵਾਹਿਗੁਰੂ ਨੂੰ ਚੇਤੇ ਕਰ ਲਿਆ। ਨਹੀਂ, ਮਹਾਰਾਜ ਕਹਿੰਦੇ ਨੇ ਇਹ ਉਹੋ ਹੀ ਚੇਤੇ ਕਰ ਸਕਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ। ਪ੍ਰਭ ਮਾਇਆ, ਮਾਇਆ ਦਾ ਮਤਲਬ ਹੁੰਦਾ ਮਿਹਰ। ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰ ਦਿੰਦਾ ਹੈ, ਪ੍ਰਭੂ ਮਿਹਰ ਕਰ ਦਿੰਦਾ ਹੈ, ਉਹੋ ਹੀ ਸਿਮਰ ਸਕਦੇ ਨੇ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸ਼ਰਣੀ ਪਿਆ। ਇੱਥੇ ਨਾਨਕ ਸੱਚੇ ਪਾਤਸ਼ਾਹ ਦੀ ਮੋਹਰ ਲਾਉਂਦੇ ਹੋਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਉਹਨਾਂ ਦੀ ਸ਼ਰਨ ਆਨਾ ਹਾਂ, ਮੈਂ ਉਹਨਾਂ ਦੀ ਪ੍ਰੋਟੈਕਸ਼ਨ ਦੇ ਅੰਡਰ ਆਉਣਾ ਹਾਂ, ਮੈਂ ਉਹਨਾਂ ਦੇ ਛਾਇਆ ਦੇ ਹੇਠ ਆਉਣਾ ਹਾਂ, ਮੈਂ ਉਹਨਾਂ ਤੋਂ ਸਿੱਖਣਾ ਚਾਹੁੰਦਾ ਹਾਂ, ਮੈਨੂੰ ਉਹ ਆਪਣੀ ਸ਼ਰਨ ਵਿੱਚ ਲੈ ਲੈਣ। ਮੇਰੇ ਮਨ ਵਿੱਚ ਇਹੋ ਹੀ ਜਿਗਿਆਸਾ ਰਹਿੰਦੀ। ਵਾਹਿਗੁਰੂ ਦਾ ਸਿਮਰਨ ਕਰਕੇ ਹੀ ਭਗਤ ਜਿਹੜੇ ਉਹ ਭਗਤ ਬਣਦੇ ਨੇ ਤੇ ਭਗਤ ਕਹਾਉਂਦੇ ਨੇ, ਤੇ ਭਗਤ ਕਰਕੇ ਪ੍ਰਗਟ ਹੁੰਦੇ ਨੇ। ਦੁਨੀਆ ਜਾਣਦੀ ਹੈ ਉਹਨਾਂ ਨੂੰ ਭਗਤਾਂ ਦੀ ਤਰ੍ਹਾਂ, ਕਿਉਂਕਿ ਉਹ ਸਿਮਰਨ ਕਰਦੇ ਨੇ, ਉਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਵਾਹਿਗੁਰੂ ਨੂੰ ਚੇਤੇ ਰੱਖਦੇ ਨੇ। ਹਰ ਸਿਮਰਨ ਲਗ ਵੇਦ ਉਪਾਏ। ਵਾਹਿਗੁਰੂ ਨੂੰ ਚੇਤੇ ਕਰਨ ਦੇ ਨਾਲ ਇਤਨਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਮਹਾਰਾਜ ਕਹਿੰਦੇ ਨੇ ਜਿਹੜੇ ਵੇਦ, ਇਹ ਜਿਹੜੇ ਇਤਨਾ ਗਿਆਨ ਦੇ ਭੰਡਾਰ, ਜਿਹੜੇ ਗ੍ਰੰਥ ਨੇ, ਜਿਹੜੇ ਵੇਦ ਨੇ, ਇਹ ਵੀ ਵਾਹਿਗੁਰੂ ਨੂੰ ਚੇਤੇ ਕਰਨ ਤੋਂ ਬਾਅਦ ਹੀ ਪ੍ਰਗਟ ਹੋਏ ਨੇ। ਇਹ ਜਿਨ੍ਹਾਂ ਨੇ ਲਿਖੇ ਨੇ ਉਹਨਾਂ ਨੂੰ ਪਹਿਲਾਂ ਵਾਹਿਗੁਰੂ ਦੀ ਯਾਦ ਉਹਨਾਂ ਦੇ ਮਨ 'ਚ ਬਣੀ ਹੈ, ਤੇ ਉਸ ਸਿਮਰਨ ਦੇ ਨਾਲ ਇਤਨਾ ਗਿਆਨ ਤਾਂ ਉਹਨਾਂ ਦੇ ਅੰਦਰ ਵਾਧਾ ਹੋਇਆ ਕਿ ਉਹਨਾਂ ਨੇ ਵੇਦ ਲਿਖ ਦਿੱਤੇ, ਵੇਦਾਂ ਵਰਗੇ ਹੋਰ ਸ਼ਾਸਤਰ ਲਿਖ ਦਿੱਤੇ। ਇਹ ਸਭ ਸਿਮਰਨ ਦੀ ਬਰਕਤ ਹੈ। ਤੇ ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਂਦੇ ਨੇ ਉਹ ਸਿੱਧ ਹੋ ਜਾਂਦੇ ਨੇ, ਜਤੀ ਹੋ ਜਾਂਦੇ ਨੇ, ਦਾਤੇ ਬਣ ਜਾਂਦੇ ਨੇ। ਸਿੱਧ ਉਹ ਹੁੰਦੇ ਨੇ ਜਿਨ੍ਹਾਂ ਨੇ ਕੁਝ ਸਾਧਨਾ ਕਰਕੇ, ਕੁਝ ਪ੍ਰੈਕਟਿਸ ਕਰਕੇ, ਕੁਝ ਸਟੇਟਸ ਅਚੀਵ ਕੀਤਾ ਹੁੰਦਾ ਹੈ, ਕੋਈ ਕੁਝ ਕਰਨ ਦੀ ਸ਼ਕਤੀ ਉਹਨਾਂ 'ਚ ਅਚੀਵ ਹੋ ਜਾਂਦੀ ਹੈ ਪ੍ਰੈਕਟਿਸ ਕਰਕੇ, ਸਾਧਨਾ ਕਰਕੇ, ਜਿਨ੍ਹਾਂ 'ਚ ਕੋਈ ਸ਼ਕਤੀ ਆ ਜਾਂਦੀ ਹੈ, ਕੋਈ ਸਕਿੱਲ ਉਹਨਾਂ ਦੇ ਅੰਦਰ ਆ ਜਾਂਦੀ ਹੈ, ਕੁਝ ਕਰਨ ਦੀ ਸਮਰੱਥਾ ਆ ਜਾਂਦੀ ਹੈ, ਉਹਨਾਂ ਨੂੰ ਸਿੱਧ ਕਿਹਾ ਜਾਂਦਾ। ਜਤੀ ਉਹ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਉੱਤੇ ਕਾਬੂ ਕੀਤਾ ਹੋਇਆ। ਇਹ ਜਿਹੜੀਆਂ 5 ਸੈਂਸਿਸ ਨੇ, ਇਹ 5 ਵਿਕਾਰ ਨੇ, ਇਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਨੇ, ਉਹਨਾਂ ਨੂੰ ਜਤੀ ਕਿਹਾ ਜਾਂਦਾ ਹੈ। ਤੇ ਦਾਤੇ ਉਹ ਹੁੰਦੇ ਨੇ ਜੋ ਕੁਝ ਦੇਣ ਜੋਗੇ ਹੋਣ। ਦੇਣ ਜੋਗਾ ਉਹ ਹੁੰਦਾ ਜਿਹਦੇ ਪੱਲੇ ਕੁਝ ਹੋਵੇ। ਤੋ ਜਿਹੜੇ ਖੁਦ ਸਿਮਰਨ ਕਰਦੇ ਨੇ, ਜਿਨ੍ਹਾਂ ਦੇ ਕੋਲ ਨਾਮ ਦੇ ਧਨ ਦੇ ਭੰਡਾਰ ਲੱਗੇ ਨੇ, ਉਹੋ ਹੀ ਕੁਝ ਦੇ ਸਕਦੇ ਨੇ। ਜਿਨ੍ਹਾਂ ਕੋਲ ਖੁਦ ਸਰਪਲਸ ਹੋਵੇ, ਇਨ ਅਬੰਡੈਂਸ ਹੋਵੇ, ਉਹ ਫਿਰ ਦਾਤੇ ਬਣ ਜਾਂਦੇ ਨੇ, ਉਹ ਦੇਣ ਜੋਗੇ ਬਣ ਜਾਂਦੇ। ਜਿਹੜੇ ਸਿਮਰਨ ਕਰਦੇ ਨੇ,
ਹਰ ਸਿਮਰਨ ਨੀਚ ਚੌਕੁੰਟ ਜਾਤੇ, ਭਾਵੇਂ ਨੀਚ ਕਿਉਂ ਨਾ ਹੋਵੇ, ਭਾਵੇਂ ਨੀਵੇਂ ਤੋਂ ਨੀਵਾਂ ਕਿਉਂ ਨਾ ਹੋਵੇ, ਭਾਵੇਂ ਗਰੀਬ ਤੋਂ ਗਰੀਬ, ਭਾਵੇਂ ਕੰਗਾਲ ਤੋਂ ਕੰਗਾਲ ਕਿਉਂ ਨਾ ਹੋਵੇ, ਪਰ ਜੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਵੇ ਤੇ ਚਾਰੇ ਹੀ ਦਿਸ਼ਾਵਾਂ ਵਿੱਚ ਲੋਕ ਉਹਨਾਂ ਨੂੰ ਜਾਣਨ ਲੱਗ ਪੈਂਦੇ ਨੇ। ਚੌਕੁੰਟ ਜਾਤੇ, ਚਾਰੋਂ ਹੀ ਡਾਇਰੈਕਸ਼ਨਸ ਦੇ ਵਿੱਚ ਉਹਨਾਂ ਦੀ ਜਾਣ ਪਛਾਣ ਵੱਧ ਜਾਂਦੀ ਹੈ, ਉਹ ਪਪੂਲਰ ਹੋ ਜਾਂਦੇ ਨੇ, ਮਸ਼ਹੂਰ ਹੋ ਜਾਂਦੇ ਨੇ, ਭਾਵੇਂ ਉਹ ਕਿਉਂ ਨਾ ਨੀਵੇਂ ਤੋਂ ਨੀਵੇਂ ਇਨਸਾਨ ਹੋਣ। ਪਰ ਸਿਮਰਨ ਕਰਨ ਦੇ ਨਾਲ ਉਹ ਇਤਨੇ ਅੱਛੇ ਹੋ ਜਾਂਦੇ ਨੇ ਕਿ ਲੋਕ ਉਹਨਾਂ ਨੂੰ ਜਾਣਨ ਲੱਗ ਪੈਂਦੇ ਨੇ, ਅੱਛੇ ਮਨੁੱਖ ਕਰਕੇ ਜਾਣਨ ਲੱਗ ਪੈਂਦੇ ਨੇ। ਹਰ ਸਿਮਰਨ ਧਾਰੀ ਸਭ ਧਰਨਾ, ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਨੇ ਹੀ ਇਸ ਧਰਤੀ ਨੂੰ ਆਸਰਾ ਦਿੱਤਾ ਹੋਇਆ। ਧਰਤੀ ਜਿਹੜੀ ਹੈ ਜੇ ਖੜੀ ਹੈ ਤੇ ਸਿਮਰਨ ਤੇ ਖੜੀ ਹੈ, ਵਾਹਿਗੁਰੂ ਦੇ ਸਿਮਰਨ ਤੇ ਖੜੀ ਹੈ। ਇਹਦਾ ਡੂੰਘਾ ਮੀਨਿੰਗ ਹੈ। ਇਹ ਤੁਸੀਂ ਕਿਸੇ ਸਾਇੰਟਿਸਟ ਕੋਲੋਂ ਪੁੱਛੋਗੇ ਤੇ ਉਹ ਇਸ ਗੱਲ ਨੂੰ ਨਹੀਂ ਬਿਲੀਵ ਕਰੇਗਾ, ਲੇਕਿਨ ਇੱਥੇ ਧਰਤੀ ਜੋ ਕਿ ਇੱਕ ਧਰਮਸਾਲ ਹੈ ਜਿੱਥੇ ਅਸੀਂ ਸਾਰੇ ਆਉਂਦੇ ਹਾਂ, ਕੁਝ ਸਮਾਂ ਬਿਤਾਉਂਦੇ ਹਾਂ ਤੇ ਚਲੇ ਜਾਂਦੇ ਹਾਂ, ਇਹ ਉਸ ਧਰਮਸ਼ਾਲਾ ਦੀ ਗੱਲ ਹੋ ਰਹੀ ਹੈ। ਇਹ ਉਹ ਧਰਤੀ ਹੈ ਜਿੱਥੇ ਅਸੀਂ ਆਨੇ ਹਾਂ ਕੁਝ ਖੱਟਣ ਵਾਸਤੇ, ਕੁਝ ਲੈਣ ਵਾਸਤੇ। ਤੇ ਇਹ ਧਰਤੀ ਜਿਹੜੀ ਹੈ ਇਹਦਾ ਮੇਨ ਮਕਸਦ ਇਹੋ ਹੀ ਹੈ ਕਿ ਇੱਥੇ ਆਈਏ, ਕੁਝ ਖੱਟ ਕੇ ਜਾਈਏ, ਕੁਝ ਪ੍ਰੋਗਰੈਸ ਕਰਕੇ ਜਾਈਏ, ਜੰਮਣ ਤੋਂ ਮਰਨ ਤੱਕ ਕੁਝ ਪੋਜ਼ਿਟਿਵ ਚੇਂਜ ਸਾਡੇ ਵਿੱਚ ਆਵੇ। ਤਾਂ ਇਹ ਧਰਤੀ ਦਾ ਜੋ ਮੇਨ ਪਰਪਸ ਹੈ, ਜੇ ਦੇਖਿਆ ਜਾਵੇ ਤੇ ਇਹਨੂੰ ਸਭ ਤੋਂ ਵੱਡਾ ਆਸਰਾ ਜਿਹੜਾ ਹੈ ਉਹ ਵਾਹਿਗੁਰੂ ਦੇ ਸਿਮਰਨ ਦਾ ਹੈ, ਉਹ ਪ੍ਰਭੂ ਦੇ ਸਿਮਰਨ ਦਾ ਹੈ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਸਿਮਰੋ, ਹੋਰ ਸਿਮਰੋ, ਤੇ ਸਿਮਰ ਸਿਮਰ ਕੇ ਕਿਹਦਾ ਸਿਮਰਨਾ ਹੈ, ਕਿਹਨੂੰ ਸਿਮਰਨਾ ਹੈ? ਉਸ ਵਾਹਿਗੁਰੂ ਨੂੰ ਸਿਮਰਨਾ ਹੈ ਜੋ ਕਿ ਕਾਰਨ ਕਰਨਾ। ਹਰ ਜੋ ਕੰਮ ਹੋ ਰਿਹਾ ਹੈ ਉਹਦੇ ਪਿੱਛੇ ਜੇ ਕੋਈ ਕਾਰਨ ਹੈ, ਕੋਈ ਰੀਜ਼ਨ ਹੈ, ਤਾਂ ਵਾਹਿਗੁਰੂ ਆਪ ਹੈ। ਤੇ ਜੋ ਕੰਮ ਹੋ ਰਿਹਾ ਹੈ ਉਹਦੇ ਪਿੱਛੇ ਕਰਨ ਕਰਾਉਣ ਵਾਲਾ ਵੀ ਉਹ ਆਪ ਹੀ ਹੈ। ਉਹ ਵਾਹਿਗੁਰੂ ਜੋ ਕਰਤਾ ਪੁਰਖ ਹੈ, ਕਾਰਨ ਕਰਨਾ ਹੈ, ਉਹ ਵਾਹਿਗੁਰੂ ਜਿਹੜਾ ਹੈ ਉਹਦਾ ਸਿਮਰ ਕਰਨਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ। ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ। ਇਹ ਜਗਤ ਬਣਿਆ, all the outline of this universe which you see, this creation of this universe ਜਿਹੜੀ ਹੈ ਇਹ ਕਾਹਦੇ ਲਈ ਬਣਾਇਆ? ਇਹ ਕਾਹਦੇ ਲਈ ਪਰਮੇਸ਼ਰ ਨੇ ਬਣਾਇਆ ਹੈ? ਤਾਂ ਕਿ ਇਹਦੇ ਵਿੱਚ ਵਸ ਕੇ, ਇਹਦੇ 'ਚ ਰਹਿ ਕੇ ਕੁਦਰਤ ਦੇ ਵਿੱਚੋਂ ਉਸ ਕਾਦਰ ਦੇ ਨਾਲ ਜੁੜਿਆ ਜਾ ਸਕੇ। ਕੁਦਰਤ ਦੇ ਵਿੱਚ ਵਾਹਿਗੁਰੂ ਦੀ ਇਸ ਕੁਦਰਤ ਨੂੰ ਦੇਖ ਕੇ ਉਹ ਵਾਹਿਗੁਰੂ ਚੇਤੇ ਆਵੇ। ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਹੀ ਇਹ ਸਾਰਾ ਆਕਾਰ ਪਰਮਾਤਮਾ ਨੇ ਘੜਿਆ ਹੈ। ਇਹ ਸਿਮਰਨ ਵਾਸਤੇ ਹੀ ਸਾਰਾ ਜਗਤ ਬਣਾਇਆ। ਕਿਉਂ? ਕਿਉਂਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਮਨੁੱਖਾ ਦੇਹੀ ਤੇ ਮਿਲੀ ਇਸੇ ਕਰਕੇ ਆ ਵੀ ਵਾਹਿਗੁਰੂ ਨੂੰ ਮਿਲਣ ਦੀ ਇਹ ਓਪਰਚੁਨਿਟੀ ਕ੍ਰੀਏਟ ਹੋਈ ਹੈ। ਦਿਸ ਇਜ਼ ਦ ਪ੍ਰਾਈਮ ਪਰਪਸ ਆਫ ਹਿਊਮਨ ਲਾਈਫ, ਟੂ ਮੀਟ ਹਿਮ, ਟੂ ਗੈਟ ਕਲੋਜ਼ਰ ਟੂ ਹਿਮ, ਟੂ ਰੈਕੋਗਨਾਈਜ਼ ਹਿਮ, ਟੂ ਫਾਈਂਡ ਹਿਮ, to realize the reality, the facts and the ultimate truth। ਉਹਨੂੰ ਜਾਣਨਾ ਹੀ ਅਸਲ ਪਰਪਸ ਹੈ ਸਾਡੀ ਜ਼ਿੰਦਗੀ ਦਾ। ਤੇ ਇਹ ਯੂਨੀਵਰਸ ਜੇ ਬਣਿਆ, ਇਹ ਧਰਤੀ ਬਣੀ ਹੈ, ਇਹ ਉਹਦੇ ਸਿਮਰਨ ਵਾਸਤੇ ਹੀ ਪਰਮੇਸ਼ਰ ਨੇ ਬਣਾਈ ਹੈ। ਕਿਉਂਕਿ ਸਿਮਰਨ ਦੇ ਨਾਲ ਹੀ ਅਸੀਂ ਉਸ ਪਰਮਾਤਮਾ ਨੂੰ ਮਿਲ ਸਕਾਂਗੇ, ਉਹਨੂੰ ਪ੍ਰਾਪਤ ਕਰ ਸਕਾਂਗੇ। ਤੇ ਹਰ ਸਿਮਰਨ ਮੈਂ ਆਪ ਨਿਰੰਕਾਰਾ। ਜਿੱਥੇ ਸਿਮਰਨ ਹੈ, ਜਿੱਥੇ ਸਿਮਰਨ ਹੋ ਰਿਹਾ ਹੈ, ਉਸ ਜਗ੍ਹਾ ਤੇ, ਉਸ ਸਿਮਰਨ ਦੇ ਵਿੱਚ ਉਹ ਵਾਹਿਗੁਰੂ ਆਪ ਵਸਿਆ ਹੋਇਆ। ਉੱਥੇ ਪਰਮੇਸ਼ਰ ਖੁਦ ਮੌਜੂਦ ਹੁੰਦਾ ਹੈ। ਉੱਥੇ ਪਰਮਾਤਮਾ ਗੈਰ ਹਾਜ਼ਰ ਨਹੀਂ ਹੁੰਦਾ, ਹਾਜ਼ਰ ਹੁੰਦਾ ਹੈ। ਹਰ ਵੇਲੇ ਉੱਥੇ ਮੌਜੂਦ ਹੁੰਦਾ ਹੈ। ਜਿੱਥੇ ਵਾਹਿਗੁਰੂ ਨੂੰ ਕੋਈ ਯਾਦ ਕਰਦਾ ਹੈ, ਉੱਥੇ ਵਾਹਿਗੁਰੂ ਮੌਜੂਦ ਹੁੰਦਾ ਹੈ, ਪਹੁੰਚਦਾ ਹੈ, ਹਾਜ਼ਰ ਨਾਜ਼ਰ ਉੱਥੇ ਸਪਸ਼ਟ ਨਜ਼ਰ ਆਉਂਦਾ ਹੈ। ਸਿਮਰਨ ਕਰਨ ਵਾਲਿਆਂ ਨੂੰ ਮਹਿਸੂਸ ਹੁੰਦਾ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਤੇ ਕਰ ਕਿਰਪਾ ਜਿਸ ਆਪ ਬੁਝਾਇਆ। ਆਖਰੀ ਤੁਕਾਂ ਹਨ ਸ਼ਬਦ ਦੀਆਂ, ਜਿਹਦੇ 'ਚ ਮਹਾਰਾਜ ਕਹਿੰਦੇ ਨੇ ਉਹ ਆਪ ਕਿਰਪਾ ਕਰੇ। ਜਿਹਦੇ ਤੇ ਆਪ ਕਿਰਪਾ ਕਰਦਾ ਹੈ ਉਹ ਉਸ ਨੂੰ ਸਮਝ ਲੈਂਦੇ ਨੇ, ਉਸ ਨੂੰ ਬੁੱਝ ਲੈਂਦੇ ਨੇ।
ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਪਰਮਾਤਮਾ ਦੀ ਇੰਪੋਰਟੈਂਸ ਸਮਝ ਆ ਜਾਂਦੀ ਹੈ ਤੇ ਸਿਮਰਨ ਦੀ ਇੰਪੋਰਟੈਂਸ ਸਮਝ ਆ ਜਾਂਦੀ ਹੈ, ਜਿਨ੍ਹਾਂ ਤੇ ਉਹਦੀ ਕਿਰਪਾ ਹੋ ਜਾਂਦੀ ਹੈ। ਕਰ ਕਿਰਪਾ, ਉਹ ਕਿਰਪਾ ਕਰਕੇ ਜਿਸ ਬੰਦੇ ਨੂੰ ਆਪ ਇਹ ਸਭ ਕੁਝ ਸਮਝਾ ਦਿੰਦਾ ਹੈ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਉਹ ਫਿਰ ਸਿਮਰਨ ਦੀ ਪ੍ਰਾਪਤੀ ਕਰ ਜਾਂਦੇ, ਉਹਨਾਂ ਨੂੰ ਸਿਮਰਨ ਮਿਲ ਜਾਂਦਾ ਹੈ। ਤੇ ਗੁਰਮੁਖ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਦਦ ਦੇ ਨਾਲ, ਗੁਰੂ ਦੀ ਹੈਲਪ ਦੇ ਨਾਲ ਫਿਰ ਉਹਨਾਂ ਨੂੰ ਸਿਮਰਨ ਦੀ ਦਾਤ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਇਹ ਜੁਗਤੀ ਸਮਝ ਆ ਜਾਂਦੀ ਹੈ ਤੇ ਜੁਗਤੀ ਮਿਲਦੀ ਗੁਰੂ ਤੋਂ ਹੈ। ਗੁਰੂ ਮਹਾਰਾਜ ਦੱਸਦੇ ਨੇ ਵੀ ਕਿਵੇਂ ਉਹਦਾ ਸਿਮਰਨ ਕਰਨਾ ਹੈ, ਕਿਵੇਂ ਉਹਨੂੰ ਯਾਦ ਕਰਨਾ ਹੈ, ਉਹ ਕਿਹੋ ਜਿਹਾ ਹੈ, ਉਹਦੇ ਗੁਣ ਜਿਹੜੇ ਨੇ ਇਹ ਗੁਰੂ ਤੋਂ ਹੀ ਪਤਾ ਲੱਗਦੇ ਨੇ। ਤੇ ਜਿਹੜੇ ਗੁਰੂ ਦੇ ਦੁਆਰਾ ਸਿੱਖਿਆ ਲੈ ਕੇ ਸਿਮਰਨ ਕਰਨ ਲੱਗ ਪੈਂਦੇ ਨੇ, ਮਹਾਰਾਜ ਕਹਿੰਦੇ ਨੇ ਉਹਨਾਂ ਤੇ ਵਾਹਿਗੁਰੂ ਦੀ ਪਹਿਲਾਂ ਹੀ ਕਿਰਪਾ ਹੋ ਚੁੱਕੀ ਹੁੰਦੀ ਹੈ ਤੇ ਵਾਹਿਗੁਰੂ ਆਪ ਹੀ ਉਹਨਾਂ ਨੂੰ ਸਮਝਾਉਣ ਵਾਲਾ ਹੁੰਦਾ ਹੈ, ਆਪ ਹੀ ਸਿੱਧੇ ਰਾਹ ਤੇ ਪਾਉਣ ਵਾਲਾ ਹੁੰਦਾ ਹੈ। ਵਾਹਿਗੁਰੂ ਆਪ ਹੀ ਗੁਰੂ ਨਾਲ ਮਿਲਾਉਂਦਾ ਹੈ ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਤਾਂ ਫਿਰ ਗੁਰੂ ਮਿਹਰ ਕਰਕੇ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਇਹ ਖੇਡ ਇਸ ਤਰ੍ਹਾਂ ਚੱਲਦੀ ਹੈ। ਉਹ ਫਿਰ ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਕਹੇ ਤੇ ਤੁਰਨ ਲੱਗ ਪੈਂਦੇ ਨੇ, ਅਸਲੀ ਵਾਹਿਗੁਰੂ ਦਾ ਸਿਮਰਨ ਉਹਨਾਂ ਨੂੰ ਫਿਰ ਉਹਨਾਂ ਦੀ ਝੋਲੀ 'ਚ ਪ੍ਰਾਪਤ ਹੋ ਜਾਂਦਾ ਹੈ। ਇਹ ਇਸ ਅਸ਼ਟਪਦੀ ਦਾ ਆਖਰੀ ਸ਼ਬਦ ਹੈ ਜੋ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਤਿਗੁਰੂ ਮਿਹਰ ਕਰਨਗੇ ਇਹ ਇਸੇ ਤਰ੍ਹਾਂ ਪ੍ਰੋਗਰੈਸ ਹੁੰਦੀ ਰਹੇਗੀ ਇਸ ਸੀਰੀਜ਼ ਦੇ ਵਿੱਚ। ਐਪੀਸੋਡ ਤੋਂ ਬਾਅਦ ਅਗਲਾ ਐਪੀਸੋਡ ਆਉਂਦਾ ਰਹੇਗਾ। ਸੋ ਪਹਿਲੀ ਅਸ਼ਟਪਦੀ ਦੀ ਸੇਵਾ ਦਾਸ ਨੂੰ ਮਿਲੀ ਸੀ, ਜੋ ਕਿ ਅੱਜ ਇਸ ਐਪੀਸੋਡ ਦੇ ਨਾਲ ਕੰਪਲੀਟ ਹੁੰਦੀ ਹੈ। ਅਗਲੀ ਅਸ਼ਟਪਦੀ ਜੋ ਕਿ ਹੋਰ ਅਗਲੇ ਮਹੀਨੇ ਵਿੱਚ ਆਏਗੀ, ਉਹਦੇ ਵਿੱਚ ਕੋਈ ਹੋਰ ਸਾਡੇ ਵਿਦਵਾਨ ਵੀਰ, ਕੋਈ ਹੋਰ ਗੁਰੂ ਕੇ ਪਿਆਰੇ ਸੱਜਣ ਆਪਣੇ ਮਨ ਦੀ ਵਿਚਾਰ ਤੇ ਗੁਰੂ ਮਹਾਰਾਜ ਦੀ ਬਾਣੀ ਜੋ ਅਗਲੀ ਅਸ਼ਟਪਦੀ ਹੈ ਉਹ ਇਦਾਂ ਸ਼ੇਅਰ ਕਰਨਗੇ ਸਾਰਿਆਂ ਦੇ ਨਾਲ। ਸੋ ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਸੰਗਤ ਜੀ ਆਪ ਬਖਸ਼ ਲੈਣਾ ਤੇ ਅੱਗੇ ਅਰਦਾਸ ਜ਼ਰੂਰ ਕਰਨੀ ਕਿ ਮਹਾਰਾਜ ਕਿਤੇ ਇਹ ਸਿਮਰਨ ਜਿਹਦੀ ਅਸੀਂ ਬਾਰ-ਬਾਰ ਗੱਲ ਕੀਤੀ ਹੈ, ਜੋ ਸਿਮਰਨ ਦੇ ਬਾਰੇ ਮਹਾਰਾਜ ਨੇ ਬਾਰ-ਬਾਰ ਸਾਨੂੰ ਸਮਝਾਇਆ, ਇਹਦਾ ਇੱਕ ਕਿਣਕਾ ਆਪਣੇ ਸਾਰਿਆਂ ਦੀ ਝੋਲੀ 'ਚ ਸਤਿਗੁਰੂ ਪਾ ਦੇਣ। ਐਸੀ ਕਿਤੇ ਅਰਦਾਸ ਆਪਾਂ ਸਾਰੇ ਕਰੀਏ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਤੇ ਮਿਹਰ ਕਰਨ। ਇਹ ਉਦਮ ਜਿਹੜੇ ਨੇ, ਉਪਰਾਲੇ ਜਿਹੜੇ ਨੇ, ਸਤਿਗੁਰੂ ਆਪ ਸਹਾਈ ਹੋ ਕੇ ਇਹਨਾਂ ਨੂੰ ਮੁਕੰਮਲ ਕਰਾਉਣ, ਕੰਪਲੀਟ ਕਰਾਉਣ। ਇਹ ਸਾਡੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ